ਸਿੱਖੀ ਕਮਾਉਣ ਵਾਲੀ ਚੀਜ਼ ਸੀ। ਅਸੀਂ ਸਿੱਖੀ ਨੂੰ ਪੀੜ੍ਹੀ ਦਰ ਪੀੜ੍ਹੀ ਬਣਾ ਲਿਆ। ਅਸੀਂ ਸਿੱਖੀ ਨੂੰ ਬਿਲਕੁਲ ਉਵੇਂ ਬਣਾ ਲਿਆ ਕਿ ਮੈਂ ਸਿੱਖ ਹਾਂ, ਮੇਰਾ ਬੱਚਾ ਸਿੱਖ ਆ, ਚਲੋ ਜੀ। ਔਰ ਉਸ ਤੋਂ ਬਾਅਦ ਉਹ ਬੱਚੇ ਨੂੰ ਪਤਾ ਵੀ ਨਹੀਂ ਕਿ ਸਿੱਖ ਹੁੰਦਾ ਕੀ ਹੈ। ਜੇ 500 ਨਿਯਮ ਸਕੂਲ ਦੇ ਵਿੱਚ ਚੱਲਣਗੇ ਤਾਂ ਸਾਹਮਣੇ ਕੀ ਆਊਗਾ? ਕਿਓਸ ਤੇ ਕਨਫਿਊਜ਼ਨ, ਜੋ ਅੱਜ ਸਿੱਖਾਂ ਦੇ ਵਿੱਚ ਬਹੁਤਾਤ ਦੇ ਵਿੱਚ ਪਾਈ ਜਾ ਰਹੀ ਹੈ। ਕੋਈ ਕਿੰਤੂ ਨਹੀਂ ਕਰ ਰਿਹਾ, ਕੋਈ ਕਿਸੇ ਦੇ ਉੱਤੇ ਕਦੀ ਵੀ ਕਿੰਤੂ ਨਹੀਂ ਕਰ ਰਿਹਾ ਕਿ ਆਹ ਕਿਵੇਂ ਹੋ ਗਿਆ, ਉਹ ਕਿਵੇਂ ਹੋ ਗਿਆ। ਸਾਡੇ ਲੋਕ ਇਤਿਹਾਸ ਨੂੰ ਹੀ ਝੁਠਲਾਈ ਜਾ ਰਹੇ ਨੇ ਆਪਣੀ ਸੌੜੀ ਜੀ ਛੋਟੀ ਜੀ ਸੋਚ ਦੇ ਉੱਤੇ ਚੱਲਦਿਆਂ ਹੋਇਆਂ। ਸਿੱਖੀ ਦੇ ਵਿੱਚ ਬਕਾਇਦਾ ਨਿਯਮ ਹੈ, ਔਰ ਜਦ ਤੱਕ ਅਸੀਂ ਉਹਨਾਂ ਨਿਯਮਾਂ ਦੇ ਉੱਤੇ ਨਹੀਂ ਚੱਲਦੇ ਤਾਂ ਇਹ ਸਕੂਲ ਦੇ ਵਿੱਚ ਐਡਮਿਸ਼ਨ ਨਹੀਂ ਲਈ ਜਾ ਸਕਦੀ। ਇੱਕ ਦੁਨਿਆਵੀ ਸਕੂਲ ਅਗਰ ਨਿਯਮਾਂ ਤੋਂ ਬਿਨਾਂ ਨਹੀਂ ਚੱਲ ਸਕਦਾ ਤਾਂ ਸੋਚ ਕੇ ਦੇਖਣਾ ਜੇ ਕਿ ਇਹ ਤਾਂ ਇੱਕ ਇਲਾਹੀ ਸਕੂਲ ਹੈ। ਗੁਰੂ ਨਾਨਕ ਦੇ ਘਰ ਦੇ ਵਿੱਚ ਇਹ ਸਭ ਤੋਂ ਜਿਹੜਾ ਵੱਡਾ ਨਿਯਮ ਹੈ ਉਹ ਇਹੀ ਹੈ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਡਿਵੀਜ਼ਨ, ਕੋਈ ਕੈਟਾਗਰੀ ਮਨਜ਼ੂਰ ਨਹੀਂ। ਤੁਸੀਂ ਅਗਰ ਗੁਰੂ ਨਾਨਕ ਦੇ ਘਰ ਦੇ ਵਿੱਚ ਆ ਰਹੇ ਹਾਂ ਤਾਂ ਗੁਰੂ ਨਾਨਕ ਦੇ ਘਰ ਦੇ ਵਿੱਚ ਆਉਣ ਲੱਗਿਆਂ ਸਾਰੀਆਂ ਹੀ ਕੈਟਾਗਰੀਜ਼ ਆਪਾਂ ਨੂੰ ਗੇਟ ਤੋਂ ਬਾਹਰ ਛੱਡ ਕੇ ਆਉਣੀਆਂ ਪੈਣਗੀਆਂ। ਅਸੀਂ ਚੁੱਕ ਕਿੱਥੇ ਗਏ ਹਾਂ ਕਿ ਅਸੀਂ ਅੰਮ੍ਰਿਤ ਨੂੰ ਐਵੇਂ ਆਮ ਜੀ ਚੀਜ਼ ਹੀ ਬਣਾਤਾ ਹੈ। ਅਸੀਂ ਅੰਮ੍ਰਿਤ ਨੂੰ ਗਿਣਤੀਆਂ ਮਿੰਤੀਆਂ 'ਚ ਕਰ ਲਿਆ। ਕੋਈ ਉੱਠਦਾ ਕਹਿੰਦਾ ਜੀ ਮੈਂ ਇੰਨੇ ਹਜ਼ਾਰ ਲੋਕਾਂ ਨੂੰ ਅੰਮ੍ਰਿਤ ਛਕਾਤਾ। ਅੰਮ੍ਰਿਤ ਚਾਹੇ 5 ਜਾਣਿਆਂ ਨੇ ਛਕਿਆ ਹੋਏ ਨਾ, ਪਰ ਉਹ 5 ਹੋਣ ਖਾਲਸਾਈ ਕਿਰਦਾਰ ਦੇ ਪੱਕੇ। ਉਹ 1.25 ਲੱਖ ਸੇ ਏਕ ਲੜਾਊਂ ਉਸ ਏਕ ਸੀ ਜਿਹੜਾ ਵਾਕਈ ਖਾਲਸਾਈ ਕਿਰਦਾਰ ਦੇ ਵਿੱਚ ਰਚਿਆ ਹੋਇਆ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਦਾਰੇ ਖਾਲਸਾ ਦੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਮੈਂ ਕਿਰਨਪ੍ਰੀਤ ਕੌਰ ਆਪ ਸਭ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ। ਸ਼ੋਅ ਸ਼ੁਰੂ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਮੈਂ ਆਪ ਸਭ ਤੋਂ ਸੰਗਤ ਪਾਸੋਂ ਮੈਂ ਖਿਮਾ ਦੀ ਜਾਚਕ ਹਾਂ, ਕਿਉਂਕਿ ਬਹੁਤ ਲੰਬੇ ਸਮੇਂ ਤੋਂ ਮੈਂ ਰੈਗੂਲਰ ਰਿਕਾਰਡਿੰਗਸ ਦੇ ਉੱਤੇ ਨਹੀਂ ਆ ਪਾਈ। ਸੋ ਸਭ ਤੋਂ ਪਹਿਲਾਂ ਤਾਂ ਮੈਂ ਇੰਨੇ ਲੰਬੇ ਸਮੇਂ ਲਈ ਤੁਹਾਡੇ ਸਾਡੇ ਸਾਰਿਆਂ ਦੇ ਸਨਮੁਖ ਹੋਣ ਤੋਂ ਵਾਂਝੇ ਰਹਿਣ ਲਈ, ਆਪਣੇ ਕੁਝ ਰੁਝੇਵਿਆਂ ਦੇ ਚੱਲਦੇ ਹੋਏ ਰੈਗੂਲਰ ਇੰਟਰਵਲਸ 'ਤੇ ਨਾ ਪਾਉਣ ਦੇ ਲਈ, ਜਿਹਦੇ ਕਰਕੇ ਤੁਹਾਨੂੰ ਰਿਪੀਟਡ ਜਿਹੜੇ ਐਪੀਸੋਡ ਸੀਗੇ ਉਹ ਦੇਖਣੇ ਪਏ ਨੇ, ਉਹਦੇ ਕਰਕੇ ਜੋ ਡਿਸਅਪੋਇੰਟਮੈਂਟ ਜਾਂ ਕੋਈ ਇਨਕਨਵੀਨੀਅੰਸ ਹੋਈ ਹੋਊਗੀ ਉਸ ਲਈ ਮੈਂ ਹੱਥ ਜੋੜ ਕੇ ਸਾਰੀ ਸੰਗਤ ਕੋਲੋਂ ਮਾफ़ੀ ਮੰਗਦੀ ਹਾਂ। ਕਈ ਵਾਰ ਲਾਈਫ ਦੇ ਵਿੱਚ ਇਸ ਤਰੀਕੇ ਨਾਲ ਹੀ ਕੁਝ ਰੁਝੇਵੇਂ ਹੀ ਐਵੇਂ ਦੇ ਬਣ ਜਾਂਦੇ ਨੇ ਕਿ ਸਮਾਂ ਨਹੀਂ ਕੱਢਿਆ ਜਾਂਦਾ। ਬਟ ਖੈਰ ਵਕਫਾ ਕਾਫੀ ਪੈ ਜਾਣ ਦੇ ਕਾਰਨ ਮੈਂ ਚਾਹੂੰਗੀ ਕਿ ਔਰ ਮੇਰਾ ਫਰਜ਼ ਵੀ ਬਣਦਾ ਆ ਅਤੇ ਜ਼ਰੂਰੀ ਵੀ ਹੈ, ਸ਼ੋਅ ਦੇ ਅਕੋਰਡਿੰਗ ਵੀ ਜ਼ਰੂਰੀ ਹੈ ਕਿ ਇੱਕ ਵਾਰੀ ਇੱਕ ਰੀਕੈਪ ਜਿਹੜਾ ਆ ਉਹ ਜ਼ਰੂਰ ਮੈਂ ਕਰ ਦਿਆਂ, ਤਾਂ ਕਿ ਆਪਾਂ ਨੂੰ ਇੱਕ ਲੜੀ ਜੋੜਨ ਦੇ ਵਿੱਚ ਮਦਦ ਮਿਲ ਜਾਏ। ਅਦਰਵਾਈਜ਼ ਬੜੇ ਥੋਟਸ ਜਿਹੜੇ ਆ ਉਹ ਸਕੈਟਰ ਹੋ ਜਾਂਦੇ ਆ, ਇੱਧਰ ਉੱਧਰ ਬਿਖਰ ਜਾਂਦੇ ਆ। ਤਾਂ ਉਹਨਾਂ ਨੂੰ ਫਿਰ ਤੋਂ ਸਟਰੀਮਲਾਈਨ ਕਰਨ ਦੇ ਲਈ ਕਿ ਆਪਾਂ ਗੱਲ ਕੀ ਕਰ ਰਹੇ ਸੀ, ਕਿੱਥੋਂ ਚੱਲੀ ਸੀ, ਕਿੱਥੋਂ ਤੱਕ ਪਹੁੰਚੀ ਸੀ, ਇੱਕ ਛੋਟਾ ਜਿਹਾ ਰੀਕੈਪ ਜਿਹੜਾ ਆ ਮੈਂ ਉਹ ਤੁਹਾਨੂੰ ਕੁਇੱਕ ਰੀਕੈਪ ਦੇਣਾ ਜਿਹੜਾ ਲਾਜ਼ਮੀ ਸਮਝਦੀ ਹਾਂ। ਗੱਲ ਆਪਾਂ ਕਰ ਰਹੇ ਸੀਗੇ ਅਰਦਾਸ ਦੀ। ਅਰਦਾਸ ਤੋਂ ਗੱਲ ਸ਼ੁਰੂ ਹੋਈ ਸੀ। ਗੱਲ ਸ਼ੁਰੂ ਕੀਤੀ ਸੀਗੀ ਕਿਰਦਾਰੇ ਖਾਲਸਾ ਦੀ, ਕਿ ਖਾਲਸੇ ਦਾ ਕਿਰਦਾਰ ਕਿਵੇਂ ਸਿਰਜਿਆ ਗਿਆ, ਕੀ ਖਾਲਸੇ ਦਾ ਕਿਰਦਾਰ ਹੋ ਸਕਦਾ ਆ। ਉਹਦੀ ਗੱਲ ਕਰਦੇ ਕਰਦੇ ਆਪਾਂ ਅਰਦਾਸ 'ਤੇ ਪਹੁੰਚੇ ਸੀਗੇ, ਔਰ ਆਪਾਂ ਇਸ ਗੱਲ ਦੇ ਉੱਤੇ ਆਏ ਸੀ ਕਿ ਜੇਕਰ ਅਸੀਂ ਬਹੁਤਾ ਕੁਛ ਨਹੀਂ ਅਤੇ ਅਰਦਾਸ ਨੂੰ ਹੀ ਲਫ਼ਜ਼ ਬਾ ਲਫ਼ਜ਼ ਚੰਗੀ ਤਰ੍ਹਾਂ ਸਮਝ ਕੇ ਆਪਣੇ ਅੰਦਰ ਵਸਾ ਲਈਏ, ਔਰ ਉਸ ਦੇ ਇਕੱਲੇ ਜੋ ਅੱਖਰ ਦੇ ਉੱਤੇ ਅਗਰ ਆਪਣਾ ਧਿਆਨ ਧਰ ਕੇ ਜਦੋਂ ਆਪਾਂ ਅਰਦਾਸ ਦੇ ਵਿੱਚ ਸਾਰੇ ਸ਼ਾਮਿਲ ਹੁੰਦੇ ਹਾਂ, ਤਾਂ ਹਰ ਇੱਕ ਜਦੋਂ ਅਸੀਂ ਇੱਕ ਪੈਰਾਗ੍ਰਾਫ ਤੋਂ ਬਾਅਦ ਆਪਾਂ ਬੋਲਦੇ ਹਾਂ ਵਾਹਿਗੁਰੂ, ਤਾਂ ਉਸ ਦੌਰਾਨ ਜਿੰਨੇ ਵੀ ਅੱਖਰ ਜਦੋਂ ਆਪਾਂ ਅਰਦਾਸ ਦੇ ਵਿੱਚ ਸ਼ਾਮਿਲ ਹੋ ਰਹੇ ਹੁੰਦੇ ਹਾਂ, ਤਾਂ ਉਹ ਅੱਖਰ ਬਾ ਅੱਖਰ ਅਗਰ ਆਪਾਂ ਉਹਨਾਂ ਨੂੰ ਸਮਝੀਏ ਔਰ ਸਮਝ ਕੇ ਵਾਕਈ ਹੀ ਉਹਨਾਂ ਉੱਤੇ ਗੌਰ ਕਰੀਏ, ਉਹਨਾਂ ਉੱਤੇ ਧਿਆਨ ਦਈਏ ਕਿ ਅਸੀਂ ਕਹਿ ਕੀ ਰਹੇ ਹਾਂ, ਅਸੀਂ ਮੰਗ ਕੀ ਰਹੇ ਹਾਂ, ਉਹਨਾਂ ਅੱਖਰਾਂ ਦਾ ਮਤਲਬ ਕੀ ਹੈ, ਤਾਂ ਸਾਨੂੰ ਬਹੁਤ ਲਿਮਿਟ ਤੱਕ ਜਿਹੜਾ ਨਾ ਸਾਨੂੰ ਸਿੱਖ ਇਤਿਹਾਸ ਤੋਂ ਵੀ ਜਾਣੂ ਆਪਾਂ ਹੋ ਜਾਵਾਂਗੇ, ਅਤੇ ਜੋ ਖਾਲਸੇ ਦਾ ਕਿਰਦਾਰ ਹੈ, ਜਿਵੇਂ ਉਹ ਰਚਿਆ ਗਿਆ, ਜੋ ਉਸ ਦੇ ਨਾਲ ਹੋਇਆ, ਔਰ ਜਿਸ ਤਰੀਕੇ ਦੇ ਨਾਲ ਉਹ ਜਿਹੜਾ ਖਾਲਸੇ ਦਾ ਕਿਰਦਾਰ ਉੱਭਰ ਕੇ ਫਿਰ ਸਾਹਮਣੇ ਆਇਆ, ਉਹ ਸਾਡੀਆਂ ਸਾਰੀਆਂ ਜਿਹੜੀਆਂ ਗੱਲਾਂ ਉਹ ਮੈਨੂੰ ਲੱਗਦਾ ਕਿ ਸਾਨੂੰ ਬਹੁਤ ਹੱਦ ਤੱਕ ਸਮਝ ਆ ਜਾਣਗੀਆਂ। ਬਹੁਤ ਸਾਰੇ ਸ਼ੰਕੇ ਜੋ ਸਿੱਖ ਕੌਮ ਦੇ ਵਿੱਚ ਪਏ ਹੋਏ ਨੇ ਅੱਜ ਦੇ ਸਮੇਂ ਦੇ ਉੱਤੇ, ਜਿਸ ਤਰੀਕੇ ਨਾਲ ਅਸੀਂ 2 ਫਾੜ ਅਤੇ ਪਤਾ ਨਹੀਂ ਕਿੰਨੇ ਫਾੜ ਹੋ ਚੁੱਕੇ ਹਾਂ,
ਉਹਨਾਂ ਸਾਰੀਆਂ ਦੀ ਗੱਲਾਂ ਦਾ ਜਿਹੜਾ ਰਹੱਸ ਹੈ, ਅਗਰ ਆਪਾਂ ਸਿਰਫ ਇੱਕ ਅਰਦਾਸ ਨੂੰ ਹੀ ਸਮਝ ਲਈਏ, ਸਮਝਣ ਤੋਂ ਮੇਰਾ ਮਤਲਬ ਫਿਰ ਤੋਂ ਮੈਂ ਉਹੀ ਰਿਪੀਟ ਕਰ ਰਹੀ ਹਾਂ ਕਿ ਕੱਲੇ ਕੱਲੇ ਅੱਖਰ ਦੇ ਉੱਤੇ ਧਿਆਨ ਧਰ ਕੇ ਕਿ ਅਗਰ ਆਪਾਂ ਇੱਕ ਓਅੰਕਾਰ ਕਹਿ ਰਹੇ ਹਾਂ ਤਾਂ ਆਪਾਂ ਕੀ ਕੀ ਮੰਗ ਰਹੇ ਹਾਂ, ਆਪਾਂ ਉਹ ਇੱਕ ਓਅੰਕਾਰ ਸਾਡੀ ਸੋਲ ਨਾਲ ਕਿੱਥੇ ਜਾ ਕੇ ਕਨੈਕਟ ਹੋਊਗਾ। ਸਤਨਾਮ ਕਿਹਾ, ਫਿਰ ਉਸ ਤੋਂ ਬਾਅਦ ਵਰਡ ਟੂ ਵਰਡ ਜਦੋਂ ਅਸੀਂ ਕਹਿੰਦੇ ਹਾਂ ਕਿ ਆਪਾਂ ਅਰਦਾਸ ਬੋਲ ਰਹੇ ਹਾਂ, ਅਤੇ ਵਰਡ ਟੂ ਵਰਡ ਉਹਨਾਂ ਨੂੰ ਆਪਣੇ ਅੰਦਰ ਵਸਾ ਕੇ ਤਾਂ ਫਿਰ ਆਪਾਂ ਅਗਰ ਗੱਲ ਕਰੀਏ ਤਾਂ ਬਹੁਤ ਸਾਰੇ ਜਿਹੜੇ ਵਖਰੇਵੇਂ ਨੇ ਸਾਡੇ, ਉਹ ਇਕੱਲੀ ਅਰਦਾਸ ਹੀ ਨਿਬੇੜ ਸਕਦੀ ਹੈ, ਪਰ ਉਹਨਾਂ ਨੂੰ ਸਮਝਣਾ ਪਊਗਾ। ਸੋ ਆਪਾਂ ਇੱਥੋਂ ਗੱਲ ਅੱਗੇ ਚਲਾਈ ਸੀਗੀ, ਔਰ ਉਹਨਾਂ ਗੱਲਾਂ ਦੇ ਕਰਦੇ ਕਰਦੇ ਫਿਰ ਅਸੀਂ ਹੁਣ ਪਹੁੰਚੇ ਸੀਗੇ ਗੁਰੂ ਨਾਨਕ ਪਾਤਸ਼ਾਹ ਦੀ ਜੋ ਜੀਵਨ ਕਾਲ ਦੇ ਵਿੱਚੋਂ, ਜਿਸ ਤਰੀਕੇ ਨਾਲ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਸਿੱਖ ਪੰਥ ਦੀ ਜੋ ਨੀਂਹ ਰੱਖੀ ਹੈ, ਜਿਸ ਤਰੀਕੇ ਨਾਲ ਖਾਲਸਾ ਉਹਨਾਂ ਨੇ ਹੀ ਸਾਜਿਆ, ਕਿਉਂਕਿ ਖਾਲਸੇ ਦਾ ਨੀਂਹ ਪੱਥਰ ਗੁਰੂ ਨਾਨਕ ਪਾਤਸ਼ਾਹ ਰੱਖ ਦਿੰਦੇ ਨੇ। ਉਹ ਕਿਸ ਤਰੀਕੇ ਨਾਲ ਹੋਇਆ, ਆਪਾਂ ਉਹ ਗੁਰੂ ਨਾਨਕ ਪਾਤਸ਼ਾਹ ਦੀ ਜੀਵਨੀ ਔਰ ਉਸ ਨੂੰ, ਉਹ ਜੀਵਨ ਦੀਆਂ ਘਟਨਾਵਾਂ ਨੂੰ ਬਕਾਇਦਾ ਗੁਰਬਾਣੀ ਦੇ ਹਵਾਲੇ ਦੇ ਨਾਲ ਜਾਂ ਗੁਰਬਾਣੀ ਦੀ ਲਾਈਟ ਦੇ ਵਿੱਚ ਦੇਖ ਕੇ ਤਾਂ ਆਪਾਂ ਇਹ ਸਮਝਣ ਦੀ ਕੋਸ਼ਿਸ਼ ਕੀਤੀ ਸੀ ਕਿ ਗੁਰੂ ਨਾਨਕ ਪਾਤਸ਼ਾਹ ਨੇ ਸਿੱਖ ਕੌਮ ਜਾਂ ਖਾਲਸਾ ਪੰਥ ਇਸ ਨੂੰ ਕਿਹੜੇ ਨਿਯਮ ਦੇ ਵਿੱਚ ਬੰਨ੍ਹਿਆ, ਕਿਹੜੇ ਕਿਹੜੇ ਨਿਯਮ ਨੇ ਜੋ ਸਾਨੂੰ ਸਾਧਾਰਨ ਨਾਲੋਂ ਸਿੰਘ ਅਤੇ ਕੌਰ ਬਣਾ ਦਿੰਦੇ ਨੇ, ਜੋ ਸਾਨੂੰ ਸਾਧਾਰਨ ਦੇ ਨਾਲੋਂ ਸਿੱਖ ਬਣਾ ਦਿੰਦੇ ਨੇ, ਉਹ ਕਿਹੜੇ ਨਿਯਮ ਨੇ। ਅਸੀਂ ਸ਼ਾਇਦ ਇਹਨਾਂ ਨਿਯਮਾਂ ਤੋਂ ਵਾਕਿਫ ਨਹੀਂ ਹੋ ਪਾਏ। ਇਹੀ ਕਾਰਨ ਹੈ ਕਿ ਅਸੀਂ ਇੰਨੇ ਜ਼ਿਆਦਾ ਉਹ ਕਿਓਸ ਦੇ ਵਿੱਚ, ਇੰਨੇ ਭੰਬਲ ਭੂਸਿਆਂ 'ਚ ਅਸੀਂ ਫਸ ਗਏ ਕਿ ਅਸੀਂ ਅੱਜ ਖੁਦ ਹੀ ਕਨਫਿਊਜ਼ਡ ਹਾਂ। ਪਿੱਛੇ ਜੇ ਇੱਕ ਵੀਡੀਓ ਆਈ ਸੀ, ਬਹੁਤ ਲੋਕਾਂ ਦੇ ਜਿਹੜੇ ਦਿਲ ਦੁਖੇ, ਮੇਰਾ ਵੀ ਬਹੁਤ ਦਿਲ ਦੁਖਿਆ ਕਿ ਇੱਕ ਕੋਈ ਵੀਰ ਆ ਸਾਡਾ, ਪਤਾ ਨਹੀਂ ਕਿਸ ਤਰੀਕੇ ਨਾਲ ਉਹਦੇ ਦਿਮਾਗ ਦੇ ਉੱਪਰ ਕੀ ਉਹਦੇ ਅਸਰ ਹੋਇਆ ਹੋਊਗਾ, ਮੈਨੂੰ ਨਹੀਂ ਪਤਾ ਜਾਂ ਮੈਂ ਨਹੀਂ ਸਮਝ ਸਕਦੀ, ਪਰ ਮੈਨੂੰ ਉਹ ਇੱਕ ਸਾਡੀ ਫੇਲੀਅਰ ਆ, ਹੈ ਨਾ, ਕਿ ਅਸੀਂ ਆਪਣੇ ਇਹਨਾਂ ਲੋਕਾਂ ਨੂੰ ਸਮਝਾ ਹੀ ਨਹੀਂ ਸਕੇ। ਔਰ ਉਹਦਾ ਕਾਰਨ ਇਹੀ ਹੈ, ਜਿਹੜੇ ਕਾਰਨ ਨੂੰ ਆਪਾਂ ਅੱਗੇ ਡਿਸਕਸ ਵੀ ਕਰਾਂਗੇ, ਕਿ ਜਦੋਂ ਅਸੀਂ ਬਾਰ-ਬਾਰ ਇਹ ਗੱਲ ਬੋਲ ਦਿੰਦੇ ਹਾਂ ਨਾ ਕਿ ਸਿੱਖੀ ਦੇ ਵਿੱਚ ਤਾਂ ਕੋਈ ਨਿਯਮ ਹੈ ਹੀ ਨਹੀਂ ਜੀ, ਸਿੱਖੀ ਤਾਂ ਨਿਯਮਾਂ ਦੇ ਨਾਲ ਚੱਲਦੀ ਨਹੀਂ, ਗੁਰੂ ਨਾਨਕ ਨੇ ਸਾਨੂੰ ਨਿਯਮਾਂ ਤੋਂ ਹੀ ਦੂਰ ਕੀਤਾ। ਅਸੀਂ ਦੋ ਗੱਲਾਂ ਨੂੰ ਮਿਲਾ ਦਿੰਦੇ ਹਾਂ, ਅਸੀਂ ਕਰਮ ਕਾਂਡ ਔਰ ਜਿਹੜਾ ਦਿਖਾਵਾ ਹੈ ਉਹਨੂੰ ਇਕੱਠਾ ਕਰ ਦਿੰਦੇ ਹਾਂ। ਗੁਰੂ ਨਾਨਕ ਪਾਤਸ਼ਾਹ ਦਿਖਾਵੇ ਦੇ ਖਿਲਾਫ ਸੀ। ਜੇ ਉਹਨਾਂ ਨੇ ਹਰ ਇੱਕ ਤਰੀਕੇ ਦੇ ਨਾਲ, ਜਿਸ ਤਰੀਕੇ ਦਾ ਵੀ ਦਿਖਾਵਾ ਕੋਈ ਕਰ ਰਿਹਾ ਸੀਗਾ ਔਰ ਉਹਦੇ ਨਾਲ ਲੁੱਟ ਖਸੁੱਟ ਕਰ ਰਿਹਾ ਸੀ ਆਮ ਬੰਦੇ ਦੀ, ਉਸ ਦੇ ਉਹ ਖਿਲਾਫ ਸੀ, ਔਰ ਉਹਨਾਂ ਨੇ ਬਕਾਇਦਾ ਉਹਦੀ ਆਵਾਜ਼ ਬੁਲੰਦ ਕੀਤੀ ਹੈ। ਔਰ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਹਰ ਤਰੀਕੇ ਦਾ ਜਿਹੜਾ ਦਿਖਾਵਾ ਹੈ ਉਹਦੇ ਖਿਲਾਫ ਆਵਾਜ਼ ਬੁਲੰਦ ਕਰੀਏ। ਪਰ ਦਿਖਾਵਾ ਅਤੇ ਨਿਯਮ ਦੋ ਅਲੱਗ-ਅਲੱਗ ਗੱਲਾਂ ਹੁੰਦੀਆਂ ਨੇ। ਉਹ ਜਿਹੜੀ ਵੀਡੀਓ ਦੀ ਮੈਂ ਗੱਲ ਕਰ ਰਹੀ ਹਾਂ, ਉਹਨਾਂ ਨੇ ਆਪਣਾ ਸਾਰੀ ਸੰਗਤ ਦੇ ਸਾਹਮਣੇ ਲਾਈਵ ਹੋ ਕੇ ਬਕਾਇਦਾ ਆਪਣਾ ਜੂੜਾ ਕੱਟਿਆ, ਅਤੇ ਉਹਨਾਂ ਨੇ ਜੂੜਾ ਕੱਟ ਕੇ ਕਹਿ ਰਹੇ ਨੇ ਕਿ ਇਹ ਮੈਂ ਤਾਂ ਕੱਟਿਆ ਕਿਉਂਕਿ ਜਦ ਤੱਕ ਅਸੀਂ, ਉਸ ਤੋਂ ਬਾਅਦ ਸ਼ਾਇਦ ਇੱਕ ਹੋਰ ਵੀਡੀਓ ਸੀਗੀ, ਕਿਉਂਕਿ ਉਹਦੇ 'ਚ ਉਹ ਕਹਿ ਰਹੇ ਕਿ ਜੇ ਸਾਨੂੰ ਜਦ ਤੱਕ ਸਾਡੇ ਨਾਲ ਜੂੜਾ ਹੈ ਅਤੇ ਅਸੀਂ ਆਮ ਨਹੀਂ ਹੋ ਸਕਦੇ, ਅਸੀਂ ਸਧਾਰਨ ਨਹੀਂ ਹੋ ਸਕਦੇ, ਇਹ ਜੂੜਾ ਸਾਨੂੰ ਆਮ ਲੋਕਾਂ ਤੋਂ ਵੱਖਰਾ ਕਰਦਾ, ਇਸ ਕਰਕੇ ਮੈਂ ਇਹਨੂੰ ਕੱਟ ਦਿੱਤਾ। ਚਲੋ, ਉਹ ਉਹਨਾਂ ਦੀ ਸੋਚ ਹੈ, ਪਰ ਗੱਲ ਇਹ ਆ ਕਿ ਜਦੋਂ ਸਾਨੂੰ ਸਾਡੇ ਗੁਰੂ ਨੇ ਬਣਾਇਆ ਹੀ ਖਾਸ ਹੈ ਤਾਂ ਅਸੀਂ ਆਮ ਵੱਲ ਕਿਉਂ ਜਾਈਏ। ਇੱਕ ਇਨਸਾਨ IAS ਕਲੀਅਰ ਕਰਦਾ, ਉਸ ਨੂੰ ਬਕਾਇਦਾ IAS ਕਲੀਅਰ ਕਰਨ ਤੋਂ ਬਾਅਦ ਇੱਕ ਆਫਿਸ ਮਿਲਦਾ ਜਿਹਦੇ ਬਾਹਰ ਉੱਥੇ ਉਹਦਾ ਨਾਮ, ਨੇਮ ਪਲੇਟ ਲਿਖੀ ਜਾਂਦੀ ਹੈ, ਥੱਲੇ ਉਹਦਾ ਡੈਜ਼ਿਗਨੇਸ਼ਨ ਲਿਖਿਆ ਜਾਂਦਾ, ਜਾਂ ਕੋਈ ਕਿਸੇ ਹੋਰ ਇੱਕ ਵਧੀਆ ਅਹੁਦੇ ਦੇ ਉੱਤੇ ਪੂਰੀ ਮਿਹਨਤ ਲਾ ਕੇ ਪਹੁੰਚਦਾ ਹੈ ਅਤੇ ਉੱਥੇ ਜਾ ਕੇ ਉਹਦੇ ਨਾਮ ਦੇ ਨਾਲ ਇੱਕ ਪਲੇਟ ਲੱਗਦੀ ਆ, ਤਾਂ ਉੱਥੇ ਅਗਰ ਉਹ ਕਹੇ ਕਿ ਨਹੀਂ ਜੀ ਹੁਣ ਮੇਰਾ ਅਤੇ ਬਾਕੀਆਂ ਦੇ ਵਿੱਚ ਤਾਂ ਕੋਈ ਡਿਫਰੈਂਸ ਨਹੀਂ ਰਿਹਾ, ਇਸ ਕਰਕੇ ਨੇਮ ਪਲੇਟ ਹਟਾ ਦਿਓ, ਨਹੀਂ ਕਰੂਗਾ। ਕਿਉਂਕਿ ਉਸਨੇ ਉਹ ਬਕਾਇਦਾ ਚੀਜ਼ ਕਮਾਈ ਹੈ। ਅਸੀਂ ਚੁੱਕ ਕਿੱਥੇ ਗਏ ਹਾਂ ਕਿ ਅਸੀਂ ਅੰਮ੍ਰਿਤ ਨੂੰ ਐਵੇਂ ਆਮ ਜਿਹੀ ਚੀਜ਼ ਹੀ ਬਣਾਤਾ ਹੈ। ਅਸੀਂ ਅੰਮ੍ਰਿਤ ਨੂੰ ਗਿਣਤੀਆਂ ਮਿਣਤੀਆਂ 'ਚ ਕਰ ਲਿਆ। ਕੋਈ ਉੱਠਦਾ ਕਹਿੰਦਾ ਜੀ ਮੈਂ ਇੰਨੇ ਹਜ਼ਾਰ ਲੋਕਾਂ ਨੂੰ ਅੰਮ੍ਰਿਤ ਛਕਾਤਾ, ਕੋਈ ਉੱਠਦਾ ਕਹਿੰਦਾ ਮੈਂ ਇੰਨੇ ਹਜ਼ਾਰ ਲੋਕਾਂ ਨੂੰ। ਅੰਮ੍ਰਿਤ ਚਾਹੇ 5 ਜਾਣਿਆਂ ਨੇ ਛਕਿਆ ਹੋਏ ਨਾ, ਪਰ ਉਹ 5 ਹੋਣ ਖਾਲਸਾਈ ਕਿਰਦਾਰ ਦੇ ਪੱਕੇ। ਮੇਰੇ ਵਰਗੇ ਕੱਚੇ ਪਿੱਲੇ ਨਹੀਂ ਹੋ ਸਕਦੇ। ਉਹ ਜਿਹੜੇ ਖਾਲਸਾਈ ਕਿਰਦਾਰ ਦੇ ਪੱਕੇ ਲੋਕ ਹੋਣ ਤਾਂ ਉਹ 5 ਬਹੁਤ ਆ। ਉਹ 1.25 ਲੱਖ ਸੇ ਏਕ ਲੜਾਊਂ ਉਸ ਏਕ ਸੀ ਜਿਹੜਾ ਵਾਕਈ ਖਾਲਸਾਈ ਕਿਰਦਾਰ ਦੇ ਵਿੱਚ ਰਚਿਆ ਹੋਇਆ ਸੀ, ਜੋ ਖਾਲਸਾ ਸੀ, ਉਸ ਇੱਕ ਬਾਰੇ ਕਿਹਾ ਗਿਆ ਹੈ।
ਹੁਣ ਜਦੋਂ ਅਸੀਂ ਇਸ ਤਰੀਕੇ ਨਾਲ ਉਹਨਾਂ ਨੂੰ, ਕਿਉਂਕਿ ਉਹਨਾਂ ਨੂੰ ਸਮਝ ਨਹੀਂ, ਉਹਨਾਂ ਨੂੰ ਲੱਗਦਾ ਕਿ ਅਸੀਂ ਆਮ ਹੀ ਆ। ਹੁਣ ਜਦ ਤੱਕ ਇਹ ਚੀਜ਼ ਤੁਸੀਂ ਸਿੱਖੀ ਕਮਾ ਨਹੀਂ ਲੈਂਦੇ, ਮੈਂ ਸਿੱਖੀ ਕਮਾ ਨਹੀਂ ਲੈਂਦੀ, ਆਪਾਂ ਸਿੱਖੀ ਕਮਾ ਨਹੀਂ ਲੈਂਦੇ, ਤਦ ਤੱਕ ਸਾਨੂੰ ਇਸ ਦੀ ਜਿਹੜੀ ਵਿਲੱਖਣਤਾ ਹੈ, ਇਸ ਦੀ ਇੰਪੋਰਟੈਂਸ ਆ, ਉਹ ਸਮਝ ਨਹੀਂ ਆਉਣੀ। ਤਦ ਤੱਕ ਸਾਡੀ ਜਿਹੜੀ ਦੌੜ ਆ ਉਹ ਇਸੇ ਪਾਸੇ ਲੱਗੀ ਰਹਿਣੀ ਆ ਕਿ ਅਸੀਂ ਆਮ ਆ ਕਿ ਖਾਸ ਆ, ਅਸੀਂ ਪੁਜਾਰੀ ਆ ਕਿ ਨਹੀਂ ਪੁਜਾਰੀ। ਸਾਡੀਆਂ ਇਹੋ ਜਿਹੀਆਂ ਹੀ ਪ੍ਰੋਬਲਮਸ ਰਹਿਣੀਆਂ। ਸਿੱਖੀ ਕਮਾਉਣ ਵਾਲੀ ਚੀਜ਼ ਸੀ, ਅਸੀਂ ਸਿੱਖੀ ਨੂੰ ਪੀੜ੍ਹੀ ਦਰ ਪੀੜ੍ਹੀ ਬਣਾ ਲਿਆ। ਅਸੀਂ ਸਿੱਖੀ ਨੂੰ ਬਿਲਕੁਲ ਉਵੇਂ ਬਣਾ ਲਿਆ ਕਿ ਮੈਂ ਸਿੱਖ ਹਾਂ, ਮੇਰਾ ਬੱਚਾ ਸਿੱਖ ਆ, ਚਲੋ ਜੀ। ਔਰ ਉਸ ਤੋਂ ਬਾਅਦ ਉਹ ਬੱਚੇ ਨੂੰ ਪਤਾ ਵੀ ਨਹੀਂ ਕਿ ਸਿੱਖ ਹੁੰਦਾ ਕੀ ਹੈ। ਜੇ ਮੈਂ ਸਿੱਖ ਹਾਂ, ਮੇਰਾ ਪਹਿਲਾ ਮੁੱਢਲਾ ਫਰਜ਼ ਇਹ ਹੈ ਕਿ ਮੈਂ ਆਪਣੇ ਬੱਚੇ ਨੂੰ ਸਿੱਖੀ ਬਾਰੇ ਦੱਸਾਂ ਤਾਂ ਸਹੀ ਕਿ ਸਿੱਖੀ ਹੈ ਕੀ, ਔਰ ਉਹਨੂੰ ਸਿੱਖੀ ਕਮਾਉਣੀ ਤਾਂ ਦੱਸਾਂ। ਜੇਕਰ ਮੇਰਾ ਬੱਚਾ ਸਿੱਖੀ ਕਮਾ ਨਹੀਂ ਸਕਦਾ ਤਾਂ ਮੇਰਾ ਕੋਈ ਹੱਕ ਨਹੀਂ ਉਹਨੂੰ ਇਹ ਕਹਾਂ ਕਿ ਤੂੰ ਸਿੱਖ ਹੈ। ਉਹ ਸਿੱਖ ਨਹੀਂ ਫਿਰ, ਕਿਉਂਕਿ ਸਿੱਖੀ ਕਮਾਉਣੀ ਪੈਂਦੀ ਆ। ਇਹ ਕੋਈ ਪੀੜ੍ਹੀ ਦਰ ਪੀੜ੍ਹੀ ਮਿਲਣ ਵਾਲੇ ਅਹੁਦੇ ਨਹੀਂ ਨੇ, ਇਹਨਾਂ ਨੂੰ ਕਮਾਉਣਾ ਪੈਂਦਾ। ਔਰ ਜਦ ਤੱਕ ਅਸੀਂ ਕਮਾਵਾਂਗੇ ਨਹੀਂ, ਫਿਰ ਤਦ ਤੱਕ ਇੱਕ IAS ਦੀ ਨੇਮ ਪਲੇਟ ਦੀ ਮੈਂ ਗੱਲ ਕੀਤੀ ਸੀਗੀ ਕਿ IAS ਨੇ ਦੇ ਥੱਲੇ ਨੇਮ ਪਲੇਟ ਹੈ, ਉਹਦੇ ਉੱਤੇ ਲਿਖਿਆ ਹੋਇਆ DC, ਜਾਂ ਉਹਨੇ ਲਿਖਿਆ ਹੈ ਉਹਦਾ ਨਾਮ ਲਿਖ ਕੇ ਥੱਲੇ IAS ਆਫਿਸਰ ਲਿਖਿਆ, ਉਹ ਕਦੇ ਵੀ ਆਪਣੀ ਨੇਮ ਪਲੇਟ ਹਟਾਊਗਾ ਨਹੀਂ, ਕਿਉਂਕਿ ਉਹਨੇ ਉਹ ਅਰਨ ਕੀਤੀ ਹੈ। ਔਰ ਇਹ ਭਾਈ ਸਾਹਿਬ ਹੁਣੀ ਆਪਣਾ ਜੂੜਾ ਕੱਟ ਦਿੰਦੇ ਨੇ ਕਿਉਂਕਿ ਉਹਨਾਂ ਨੇ ਅਰਨ ਨਹੀਂ ਕੀਤਾ। ਬੰਦਾ ਸਿੰਘ ਬਹਾਦਰ ਜਦੋਂ ਗੁਰੂ ਮਹਾਰਾਜ ਲੈ ਕੇ ਆਉਂਦੇ ਆ ਤਾਂ ਉਹਨਾਂ 'ਤੇ ਆਉਂਦੇ ਹੀ ਕਹਿ ਦਿੱਤਾ ਸੀਗਾ ਕਿ ਮੈਨੂੰ ਅੰਮ੍ਰਿਤ ਛਕਾ ਦਿਓ ਜੀ। ਬੰਦਾ ਬੈਰਾਗੀ ਨੇ ਉਦੋਂ ਹੀ ਕਹਿ ਦਿੱਤਾ ਸੀਗਾ ਕਿ ਅੰਮ੍ਰਿਤ ਮੈਨੂੰ ਵੀ ਦਾਤ ਦੇ ਦਿਓ ਅੰਮ੍ਰਿਤ ਦੀ। ਅਤੇ ਗੁਰੂ ਪਾਤਸ਼ਾਹ ਨੇ ਕਿਹਾ ਸੀ ਨਹੀਂ, ਤੂੰ ਹਜੇ ਤਿਆਰ ਨਹੀਂ। ਉਹਨਾਂ ਨੂੰ ਪਹਿਲਾਂ ਤਿਆਰ ਕੀਤਾ ਗਿਆ ਸੀ। ਤਿਆਰ ਕਰਨ ਦਾ ਮਤਲਬ ਕੀ? ਉਹਨਾਂ ਨੂੰ ਬਕਾਇਦਾ ਨਿਤਨੇਮ ਦੇ ਨਾਲ ਲਾਇਆ ਗਿਆ, ਬਕਾਇਦਾ ਉਹਨਾਂ ਨੂੰ ਖਾਲਸਾਈ ਰਹੋ ਰਵਾਇਤਾਂ ਸਾਰੀਆਂ ਸਮਝਾਈਆਂ ਗਈਆਂ। ਫਿਰ ਉਸ ਦੇ ਵਿੱਚ ਉਹਨਾਂ ਦੀ ਇੱਕ ਟ੍ਰੇਨਿੰਗ ਹੋਈ, ਜੋ ਕਿ ਖਾਲਸੇ ਦੀ ਇੰਨੇ ਲੰਬੇ ਸਮੇਂ ਦੀ ਟ੍ਰੇਨਿੰਗ ਹੈ, ਜੋ ਕਿ 300 ਸਾਲ ਦੀ ਟ੍ਰੇਨਿੰਗ ਹੈ। ਉਹ ਪੂਰੀ ਟ੍ਰੇਨਿੰਗ ਨੂੰ ਇੱਕ ਜਗ੍ਹਾ 'ਤੇ ਕਲੱਬ ਕਰਕੇ ਜਦੋਂ ਉਹ ਅੰਮ੍ਰਿਤ ਬਣ ਗਿਆ ਤਾਂ ਫਿਰ ਉਸ ਤੋਂ ਬਾਅਦ ਜਦੋਂ ਉਸ ਲੈਵਲ ਦੇ ਹੋ ਗਏ, ਕਿਉਂਕਿ ਅੰਮ੍ਰਿਤ ਕਮਾਉਣਾ ਪਿਆ ਕਰਦਾ ਸੀ, ਅੰਮ੍ਰਿਤ ਇੰਝ ਹੀ ਨਹੀਂ ਮਿਲਿਆ ਕਰਦਾ ਸੀ। ਅੰਮ੍ਰਿਤ ਗਿਣਤੀਆਂ ਮਿੰਤੀਆਂ ਵਿੱਚ ਨਹੀਂ ਸੀ। ਇੰਨਾ ਨਹੀਂ ਸੀਗਾ ਕਿ ਅੰਮ੍ਰਿਤ ਕਿੰਨੇ ਲੋਕਾਂ ਨੂੰ ਛਕਾ ਦਿੱਤਾ, ਇੰਨਾ ਸੀਗਾ ਕਿ ਕਿਹੋ ਜਿਹੇ ਲੋਕਾਂ ਨੂੰ ਸਿਖਾਇਆ, ਕਿਹੜੇ ਲੋਕ ਸੀ ਜਿਨ੍ਹਾਂ ਨੇ ਅੰਮ੍ਰਿਤ ਛਕਿਆ, ਉਹ ਇੰਪੋਰਟੈਂਟ ਸੀ। ਸੋ ਇਹ ਗੱਲ ਜਿਹੜੀ ਹੈ ਇੱਥੇ ਨਿਯਮਾਂ ਦੀ ਗੱਲ ਆਉਂਦੀ ਆ। ਇਹੀ ਕਾਰਨ ਹੈ ਕਿ ਮੈਂ ਜ਼ੋਰ ਦੇ ਰਹੀ ਹਾਂ ਕਿ ਅਸੀਂ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ, ਜੋ ਗੁਰੂ ਨਾਨਕ ਪਾਤਸ਼ਾਹ ਨੇ ਖਾਲਸੇ ਪੰਥ ਦੀ ਨੀਂਹ ਰੱਖੀ, ਉਸ ਸਿੱਖੀ ਨੂੰ ਉਹਨਾਂ ਨੇ ਕਿਸ ਤਰੀਕੇ ਨਾਲ ਨਿਯਮਬੰਦ ਕੀਤਾ, ਉਹ ਨਿਯਮ ਸਮਝੇ ਜਾਣ। ਪਿਛਲੇ ਕੁਛ ਐਪੀਸੋਡਸ ਦੇ ਵਿੱਚ ਮੈਂ ਗੁਰੂ ਨਾਨਕ ਪਾਤਸ਼ਾਹ ਉਹਨਾਂ ਦੀ ਜੀਵਨੀ ਦਾ ਹਵਾਲਾ ਲੈ ਕੇ, ਉਹਨਾਂ ਦੀ ਅੱਗੇ ਉਸ ਗੁਰਬਾਣੀ ਦੇ ਲਾਈਟ ਦੇ ਵਿੱਚ ਉਹਨਾਂ ਦੀਆਂ ਜੀਵਨ ਦੀਆਂ ਘਟਨਾਵਾਂ ਨੂੰ ਪੜ੍ਹ ਕੇ, ਮੈਂ ਬਾਰ-ਬਾਰ ਇਹ ਗੱਲ ਕਹਿ ਰਹੀ ਹਾਂ ਕਿ ਗੁਰਬਾਣੀ ਦੀ ਲਾਈਟ ਦੇ ਵਿੱਚ ਜੀਵਨ ਦੀਆਂ ਘਟਨਾਵਾਂ ਨੂੰ ਪੜ੍ਹ ਕੇ, ਕਿਉਂਕਿ ਕੁਛ ਐਸੀਆਂ ਘਟਨਾਵਾਂ ਹੋ ਸਕਦੀਆਂ ਜੋ ਲਿਖੀਆਂ ਗਈਆਂ ਪਰ ਸਾਨੂੰ ਲੱਗਦਾ ਹੈ ਕਿ ਇਹ ਹੋ ਨਹੀਂ ਸਕਦੀਆਂ। ਮੈਂ ਤੇ ਤੁਸੀਂ ਕੋਈ ਨਹੀਂ ਹੁੰਦੇ ਜੱਜ ਕਰਨ ਵਾਲੇ ਕਿ ਕੀ ਹੋ ਸਕਦਾ, ਕੀ ਨਹੀਂ ਹੋ ਸਕਦਾ। ਸਾਨੂੰ ਕਰਨਾ ਕੀ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਬੈਠ ਕੇ ਗੁਰਬਾਣੀ ਦੇ ਵਿੱਚੋਂ, ਗੁਰੂ ਦੀ ਬਾਣੀ ਦੇ ਵਿੱਚੋਂ ਹਵਾਲੇ ਲੈਣੇ ਆ। ਅਗਰ ਤਾਂ ਗੁਰਬਾਣੀ ਸਾਡਾ ਜੋ ਪੈਰਾਮੀਟਰ ਹੈ, ਅਗਰ ਤਾਂ ਉਹ ਕਿਸੇ ਘਟਨਾ ਦੀ ਹਾਮੀ ਭਰਦੀ ਹੈ, ਅਗਰ ਤਾਂ ਉਹ ਘਟਨਾ ਗੁਰਬਾਣੀ ਦੀ ਕਸਵੱਟੀ ਦੇ ਉੱਪਰ ਖਰੀ ਉਤਰਦੀ ਹੈ ਤਾਂ ਅਸੀਂ ਉਹਨੂੰ ਸੱਚ ਮੰਨਾਂਗੇ। ਅਗਰ ਉਹ ਨਹੀਂ ਉਤਰਦੀ ਤਾਂ ਅਸੀਂ ਉਹਨੂੰ ਝੂਠ ਮੰਨਾਂਗੇ। ਇਸ ਤਰੀਕੇ ਨਾਲ ਇਹ ਮੇਰਾ ਤਰੀਕਾ ਹੈ, ਕਿਉਂਕਿ ਮੇਰੇ ਲਈ ਜੋ ਫੁਰਕਾਨ, ਮੇਰਾ ਜੋ ਪੈਰਾਮੀਟਰ ਹੈ ਸੱਚ ਝੂਠ ਨੂੰ ਪਰਖਣ ਦਾ, ਉਹ ਸਿਰਫ ਗੁਰਬਾਣੀ ਹੈ, ਮੇਰੀ ਮੱਤ ਨਹੀਂ। ਕਿਉਂਕਿ ਮੇਰੀ ਮੱਤ ਜੇ ਇੰਨੀ ਵਧੀਆ ਹੁੰਦੀ ਨਾ ਤਾਂ ਫਿਰ ਘਾਟਾ ਹੀ ਕੀ ਸੀਗਾ, ਹੈ ਨਾ। ਸੋ ਗੁਰਬਾਣੀ ਦੇ ਪੈਰਾਮੀਟਰ ਦੇ ਉੱਤੇ ਅਸੀਂ ਪਰਖਦੇ ਹੋਏ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਕਾਲ ਦੇ ਵਿੱਚੋਂ ਜਿਸ ਤਰੀਕੇ ਨਾਲ ਉਹਨਾਂ ਨੇ ਪ੍ਰੈਕਟੀਕਲੀ ਆਪਣਾ ਜੀਵਨ ਸਾਨੂੰ ਜੀ ਕੇ ਦਿਖਾਇਆ, ਜਿਹਦੇ ਵਿੱਚ ਕਿਰਤ ਕਰਨਾ ਵੀ ਇੱਕ ਗੱਲ ਹੈ, ਨਾਮ ਜਪਣਾ ਤਾਂ ਹੈ ਹੀ ਹੈ, ਵੰਡ ਛਕਣਾ ਵੀ ਹੈ, ਪਰ ਉਸ ਦੇ ਨਾਲ ਹੋਰ ਉਹਨਾਂ ਨੇ ਜਿਹੜੀਆਂ ਸਾਨੂੰ ਨਿਯਮਬੱਧ ਕੀਤਾ। ਉਹ ਕੀ ਨਿਯਮ ਸੀਗਾ? ਜੋ ਇੱਕ ਮੇਜਰ ਨਿਯਮ ਨਿਕਲ ਕੇ ਆਇਆ ਸੀ ਉਹ ਇਹ ਸੀ ਕਿ ਸਿੱਖੀ ਦੇ ਵਿੱਚ ਕੋਈ ਕੈਟਾਗਰੀ ਨਹੀਂ ਹੋ ਸਕਦੀ। ਨਾ ਤੁਸੀਂ ਔਰਤ ਨਾ ਮਰਦ ਹੋ ਕੇ ਉੱਚੇ ਹੋ ਸਕਦੇ ਹੋ, ਨਾ ਔਰਤ ਉੱਚੀ ਹੋ ਸਕਦੀ ਹੈ, ਨਾ ਮਰਦ ਉੱਚਾ ਹੋ ਸਕਦਾ, ਦੋਨੋਂ ਬਰਾਬਰ ਹੋਣਗੇ ਸਿੱਖੀ ਦੇ ਵਿੱਚ। ਨਾ ਕੋਈ ਜਿਨ੍ਹਾਂ ਨੂੰ ਸੋ ਕਾਲਡ ਸ਼ੂਦਰ ਕਿਹਾ ਜਾਂਦਾ ਸੀਗਾ ਜਾਂ ਅੱਜ ਕੱਲ੍ਹ ਦਲਿਤ ਕਿਹਾ ਜਾਂਦਾ, ਅਤੇ ਨਾ ਕੋਈ ਹੋਰ ਜਿਹੜਾ ਵੀ ਕੋਈ ਆਪਣੇ ਆਪ ਨੂੰ ਉੱਚੀ ਜਾਤ ਦਾ ਮੰਨਦਾ ਹੋਵੇ, ਉਹ ਉੱਚਾ ਨੀਚਾ ਐਸਾ ਕੁਛ ਨਹੀਂ। ਉੱਚੀ ਨੀਚੀ ਜਿਹੜੀ ਹੈ ਉਹ ਗੁਰੂ ਘਰ ਦੇ ਵਿੱਚ ਤੁਹਾਡੇ ਕਰਮ ਹੁੰਦੇ ਨੇ। ਤੁਸੀਂ ਕੈਸੇ ਕਰਮ ਕਮਾਉਂਦੇ ਆ, ਉਹ ਕਰਮ ਉੱਚੇ ਨੀਚੇ ਹੋ ਸਕਦੇ ਆ। ਤੁਸੀਂ ਕਿਹੜੇ ਘਰ 'ਚ ਜਨਮ ਲਿਆ, ਉਹ ਉੱਚਾ ਨੀਚਾ ਨਹੀਂ ਹੋ ਸਕਦਾ।
ਪਿੱਛੇ ਜਦੋਂ ਹੁਣੇ ਸਾਡੇ ਮੁੱਖ ਮੰਤਰੀ ਸਾਹਿਬ ਚਰਨਜੀਤ ਸਿੰਘ ਜੀ ਚੰਨੀ ਹੁਣੀ ਮੁੱਖ ਮੰਤਰੀ ਬਣੇ, ਬਹੁਤ ਲੋਕਾਂ ਨੇ ਮੈਨੂੰ ਮੈਸੇजेस ਕੀਤੇ ਇਹ ਪੁੱਛਣ ਨੂੰ, ਜਿਹੜੇ ਕਿ ਸਿੱਖ ਨਹੀਂ ਸੀਗੇ, ਕਿ ਹमें नहीं पता था कि सिखों में दलित भी होते हैं। कईयां ने मैनू ये लिखा कि तुम बताओगी कि सिखों में दलित होते हैं, क्योंकि सारे आउट ऑफ पंजाब लोग है, इस करके वो हिंदी च लिखते रहे। और मेरे बड़े प्यारे दोस्त भी ने जिहड़े JNU वगैरह, दिल्ली यूनीवर्सिटी, अलीगढ़ मुस्लिम यूनीवर्सिटी पढ़ते हैं, तो उन्होंने बड़े लोगों ने ये सवाल आए। मैं ਉਹਨਾਂ ਨੂੰ ਇੱਕ ਗੱਲ ਕਹੀ ਕਿ ਇਕੱਲੇ ਨੂੰ ਜਵਾਬ ਮੈਂ ਕਿੰਨਿਆਂ ਕੁ ਨੂੰ ਦੇਵਾਂ, ਬਟ ਇੰਝ ਕਰਦੇ ਹਾਂ ਕਿ ਕੋਈ ਇੱਕ ਜ਼ੂਮ ਦੇ ਉੱਤੇ ਚਾਹੇ ਕੋਈ ਇੱਕ ਮੀਟਿੰਗ ਰੱਖ ਲਓ, ਮੈਂ ਉੱਥੇ ਆ ਜਾਊਂਗੀ, ਮੈਂ ਸਾਰਿਆਂ ਦੇ ਜਵਾਬ ਦੇ ਦੂੰਗੀ। ਪਰ ਉਹਨਾਂ ਨੂੰ ਇਕੱਲੇ ਜਿੰਨੇ ਵੀ ਮੇਰੀ ਸ਼ਮਤਾ ਬਣੀ, ਮੈਂ ਉਹ ਇੱਕੋ ਹੀ ਈਮੇਲ ਲਿਖੀ, ਫਿਰ ਮੈਂ ਉਹਨਾਂ ਨੂੰ ਸਾਰਿਆਂ ਨੂੰ ਕਾਪੀ ਪੇਸਟ ਕਰਦੀ ਗਈ। ਔਰ ਮੇਰਾ ਜਵਾਬ ਇਹੀ ਸੀ ਕਿ ਸਿੱਖਾਂ ਦੇ ਵਿੱਚ ਦਲਿਤ, ਜੱਟ, ਨਾਈ, ਚੀਰ, ਸ਼ੀਂਬੇ, ਸੈਣੀ ਕੁਛ ਨਹੀਂ ਹੁੰਦਾ। ਇਹ ਸਾਡੀਆਂ ਮੂਰਖਤਾਈਆਂ ਨੇ ਜੋ ਅਸੀਂ ਆਪਣੇ ਵਿੱਚ ਹੀ ਇੰਨੀਆਂ ਸਾਰੀਆਂ ਵੰਡੀਆਂ ਪਾ ਕੇ ਬੈਠੇ ਨਹੀਂ ਹੁੰਦੇ। ਜਾਂ ਮੈਂ ਬਾਰ ਇਹ ਗੱਲ ਪਹਿਲੇ ਦਿਨ ਤੋਂ ਕਹਿੰਦੀ ਆ ਰਹੀ ਹਾਂ, ਅੱਜ ਵੀ ਕਹਿ ਰਹੀ ਹਾਂ, ਜਾਂ ਤਾਂ ਤੁਸੀਂ ਜੱਟ ਹੋ ਸਕਦੇ ਆ ਜਾਂ ਸਿੱਖ ਹੋ ਸਕਦੇ ਆ, ਦੋਨੋਂ ਚੀਜ਼ਾਂ ਇਕੱਠੀਆਂ ਨਹੀਂ ਹੋ ਸਕਦੇ। ਜਾਂ ਤੁਸੀਂ ਦਲਿਤ ਹੋ ਸਕਦੇ ਆ ਜਾਂ ਤੁਸੀਂ ਸਿੱਖ ਹੋ ਸਕਦੇ ਆ, ਦੋਨੋਂ ਚੀਜ਼ਾਂ ਇਕੱਠੀਆਂ ਨਹੀਂ ਹੋ ਸਕਦੀਆਂ। ਜਦੋਂ ਤੁਸੀਂ ਸਿੱਖ ਹੋ ਗਏ, ਜਦੋਂ ਮੈਂ ਸਿੱਖ ਹੋ ਗਈ, ਉਸ ਤੋਂ ਬਾਅਦ ਨਾ ਮੈਂ ਜੱਟ ਰਹਿੰਦੀ ਹਾਂ, ਨਾ ਮੈਂ ਦਲਿਤ ਰਹਿੰਦੀ ਹਾਂ, ਨਾ ਮੈਂ ਨਾਈ, ਨਾ ਮੈਂ ਚੀਰ, ਨਾ ਮੈਂ ਸ਼ੀਂਬਾ, ਕੁਛ ਨਹੀਂ ਰਹਿੰਦੀ। ਉਦੋਂ ਅਸੀਂ ਇੱਕ ਪਰਿਵਾਰ ਹੋ ਜਾਂਦੇ ਹਾਂ। ਮੇਰੇ ਨਾਲ ਜੋ ਪੰਗਤ ਦੇ ਵਿੱਚ ਬੈਠਾ, ਉਹ ਕਿਸ ਘਰ ਵਿੱਚ ਉਸਨੇ ਜਨਮ ਲਿਆ ਆ, ਉਹਦੇ ਨਾਲ ਮੇਰਾ ਕੋਈ ਵਾਸਤਾ ਨਹੀਂ। ਅਗਰ ਉਹ ਅੰਮ੍ਰਿਤਧਾਰੀ ਸਿੱਖ ਹੈ ਤਾਂ ਫਿਰ ਤਾਂ ਉਹ ਮੇਰੇ ਤੋਂ ਕਿਤੇ ਉੱਚਾ, ਅਤੇ ਜੇਕਰ ਉਹ ਸਿੱਖ ਵੀ ਹੈ ਤਦ ਵੀ ਉਹ ਮੇਰੇ ਪਰਿਵਾਰ ਦਾ ਇੱਕ ਮੈਂਬਰ ਹੈ, ਉਹ ਮੇਰਾ ਹੈ। ਉਹਦੇ ਵਿੱਚ ਮੈਨੂੰ ਉਹਨੂੰ ਇਹ ਪੁੱਛਣ ਦਾ ਮਤਲਬ ਨਹੀਂ ਉਹ ਸਿੱਖ ਹੈ, ਬਸ ਬਹੁਤ ਆ, ਕਿਉਂਕਿ ਉਹ ਸਾਡਾ ਇੱਕ ਪਰਿਵਾਰ ਹੈ। ਤਾਂ ਮੈਂ ਉਹਨਾਂ ਨੂੰ ਸਾਰਿਆਂ ਨੂੰ ਇਹੀ ਜਵਾਬ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਸ ਪਰਿਵਾਰ ਨੂੰ ਇੱਕ ਨਾਮ ਦੇ ਦਿੱਤਾ, ਖਾਲਸਾ। ਇਸ ਖਾਲਸਾਈ ਪਰਿਵਾਰ ਦੇ ਵਿੱਚ ਕੋਈ ਜਾਤ, ਕੋਈ ਧਰਮ, ਕੋਈ ਮਜ਼ਹਬ ਨਹੀਂ। ਹਾਂ, ਇੱਕ ਗੱਲ ਜ਼ਰੂਰ ਹੈ ਕਿ ਜਿਹੜੇ ਇਹ ਪੋਲੀਟੀਕਲ ਸਟੰਟ ਹੁੰਦੇ ਆ, ਹੈ ਨਾ, ਕਿ ਦਲਿਤ ਚਿਹਰਾ ਜੀ, ਕਿਉਂਕਿ BJP ਔਰ ਅਕਾਲੀ ਦਲ ਦੋਨੋਂ ਹੀ ਦਲਿਤ ਚਿਹਰੇ ਦੀ ਗੱਲ ਕਰ ਰਹੇ ਸੀਗੇ। ਕਾਂਗਰਸ ਨੇ ਪਹਿਲਾਂ ਸਿੱਕਾ ਖੇਡਿਆ ਔਰ ਉਹਨਾਂ ਨੇ ਆਪਣਾ ਇੱਕ ਚਿਹਰਾ ਬਣਾ ਦਿੱਤਾ, ਜਿਹਨੂੰ ਕਿ ਉਹਨਾਂ ਨੇ ਦਲਿਤ ਚਿਹਰਾ ਕਰਕੇ ਜਿਹੜਾ ਉਹ ਸਾਹਮਣੇ ਕੀਤਾ। ਸਾਡੇ ਲਈ ਉਹ ਪੰਜਾਬ ਦੇ CM ਇਸ ਟਾਈਮ 'ਤੇ ਹੈ ਨੇ। ਜੇ ਉਹ ਆਪਣੇ ਜਿਹੜੇ ਵਾਅਦੇ ਨੇ ਜਾਂ ਜੋ ਕੰਮ ਪੰਜਾਬ ਦੇ ਲਈ ਹੋਣੇ ਚਾਹੀਦੇ ਨੇ, ਜੇ ਉਹ ਸਾਰੇ ਕਰ ਲੈਂਦੇ ਨੇ, ਬਹੁਤ ਵਧੀਆ ਗੱਲ ਹੈ। ਅਸੀਂ ਉਹਨਾਂ ਨੂੰ ਆਪਣਾ ਚੀਫ ਮਿਨਿਸਟਰ ਮੰਨਾਂਗੇ। ਉਹ ਸਿੱਖ ਹਨ ਨੇ ਕਿ ਨਹੀਂ ਹਨ ਨੇ, ਇਹ ਉਹਨਾਂ ਦੀ ਆਪਣੀ ਮਰਜ਼ੀ ਆ। ਅਗਰ ਉਹ ਸਿੱਖ ਹਨ ਨੇ ਤਾਂ ਉਹ ਸਾਡੇ ਪਰਿਵਾਰ ਦਾ ਹਿੱਸਾ ਹੈ, ਉਹ ਦਲਿਤ ਜਾਂ ਹੋਰ ਕੁਛ ਨਹੀਂ। ਦਲਿਤ ਕਹਿਣਾ ਹੀ ਆਪਣੇ ਆਪ ਦੇ ਵਿੱਚ ਕੋਈ ਸਿੱਖ ਦਲਿਤ ਹੋ ਹੀ ਨਹੀਂ ਸਕਦਾ। ਦਲਿਤ ਦਾ ਮਤਲਬ ਉਹ ਹੁੰਦਾ ਜਿਹਦੇ ਉੱਤੇ ਦਲਨ ਹੋਇਆ ਹੋਵੇ, ਜਿਹਦੇ ਨਾਲ ਦਲਨ ਕੀਤਾ ਜਾ ਸਕਦਾ ਹੋਵੇ, ਜੋ ਓਪਰੈਸਡ ਹੋਵੇ। ਸਿੱਖ ਓਪਰੈਸਡ ਨਹੀਂ ਹੋ ਸਕਦਾ। ਸਿੱਖੀ ਨੂੰ ਗੁਰੂ ਮਹਾਰਾਜ ਨੇ ਗੁੜਤੀ ਹੀ ਦਿੱਤੀ ਹੈ ਕਿ ਓਪਰੈਸ਼ਨ ਦੇ ਖਿਲਾਫ ਖੜੇ ਹੋਣ ਦੀ। ਜਿਹੜਾ ਬੰਦਾ ਓਪਰੈਸ਼ਨ ਦੇ ਖਿਲਾਫ ਖੜਾ ਹੋ ਜਾਂਦਾ, ਓਪਰੈਸਡ ਨਹੀਂ ਹੁੰਦਾ। ਜਿਹੜਾ ਆਪਣੇ ਦਲਨ ਬਰਦਾਸ਼ਤ ਨਹੀਂ ਕਰਦਾ, ਆਪਣਾ ਦਲਨ, ਉਹ ਦਲਿਤ ਹੋ ਹੀ ਨਹੀਂ ਸਕਦਾ। ਇਸੇ ਤਰੀਕੇ ਨਾਲ ਕੋਈ ਜੱਟ ਨਹੀਂ ਹੋ ਸਕਦਾ, ਕੋਈ ਹੋਰ ਕਾਸਟ ਜਿਹੜੀ ਆ ਉਹ ਸਿੱਖਾਂ ਦੇ ਵਿੱਚ ਨਹੀਂ ਹੋ ਸਕਦੀ। ਅਗਰ ਆਪਾਂ ਆਪਣੇ ਨਾਮ ਨਾਲ ਕਾਸਟ ਲਾਉਂਦੇ ਹਾਂ, ਹਾਂ ਮੈਂ ਕਿਹੜੇ ਘਰ 'ਚ ਪੈਦਾ ਹੋਈ ਹਾਂ ਉਹ ਠੀਕ ਹੈ, ਮੇਰੇ ਪੂਰਵਜਾਂ ਦਾ ਕਿੱਤਾ ਕੀ ਸੀ ਉਹ ਠੀਕ ਹੈ, ਮੈਂ ਉਹਨੂੰ ਦੱਸ ਸਕਦੀ ਹਾਂ ਕਿ ਮੇਰੇ ਪੂਰਵਜਾਂ ਦਾ ਕਿੱਤਾ ਜਿਹੜਾ ਸੀਗਾ ਉਹ ਹਲ ਵਾਹੁੰਦੇ ਸੀ, ਜਾਂ ਉਹ ਚਮੜੇ ਦੀਆਂ ਜੁੱਤੀਆਂ ਬਣਾਉਂਦੇ ਸੀ, ਜਾਂ ਉਹ ਨਾਈ ਸੀ, ਜਾਂ ਜਿਸ ਤਰੀਕੇ ਨਾਲ ਵੀ ਮੇਰੇ ਜੋ ਕਿੱਤੇ ਨੇ ਉਹ ਮੈਂ ਦੱਸ ਸਕਦੀ ਹਾਂ ਕਿ ਮੇਰੇ ਪੂਰਵਜਾਂ ਦਾ ਕਿੱਤਾ ਕੀ ਸੀ। ਅਤੇ ਉਹਦੇ ਵਿੱਚ ਨਾ ਮੈਨੂੰ ਸ਼ਰਮ ਆਉਣੀ ਚਾਹੀਦੀ ਹੈ, ਨਾ ਮੈਨੂੰ ਮਾਣ ਹੋਣਾ ਚਾਹੀਦਾ, ਕਿਉਂਕਿ ਦੋਨਾਂ ਹੀ ਕੇਸਾਂ ਵਿੱਚ ਮੈਂ ਕੁਛ ਨਹੀਂ ਕੀਤਾ। ਖੈਰ, ਗੁਰੂ ਨਾਨਕ ਦੇ ਘਰ ਦੇ ਵਿੱਚ ਇਹ ਸਭ ਤੋਂ ਜਿਹੜਾ ਵੱਡਾ ਨਿਯਮ ਹੈ ਉਹ ਇਹੀ ਹੈ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਡਿਵੀਜ਼ਨ, ਕੋਈ ਕੈਟਾਗਰੀ ਮਨਜ਼ੂਰ ਨਹੀਂ। ਤੁਸੀਂ ਅਗਰ ਗੁਰੂ ਨਾਨਕ ਦੇ ਘਰ ਦੇ ਵਿੱਚ ਆ ਰਹੇ ਹਾਂ ਤਾਂ ਗੁਰੂ ਨਾਨਕ ਦੇ ਘਰ ਦੇ ਵਿੱਚ ਆਉਣ ਲੱਗਿਆਂ ਸਾਰੀਆਂ ਹੀ ਕੈਟਾਗਰੀਜ਼ ਆਪਾਂ ਨੂੰ ਗੇਟ ਤੋਂ ਬਾਹਰ ਛੱਡ ਕੇ ਆਉਣੀਆਂ ਪੈਣਗੀਆਂ। ਜੇ ਅਸੀਂ ਸਿਰਫ ਇਸ ਕਰਕੇ ਆ ਰਹੇ ਹਾਂ ਕਿ ਮੈਂ ਔਰਤ ਹਾਂ ਔਰ ਮੈਨੂੰ ਜ਼ਿਆਦਾ ਸਨਮਾਨ ਮਿਲਣਾ ਚਾਹੀਦਾ, ਸੌਰੀ, ਗੁਰੂ ਨਾਨਕ ਦੇ ਘਰ 'ਚ ਕੋਈ ਜਗ੍ਹਾ ਨਹੀਂ। ਜੇ ਤੁਸੀਂ ਇਸ ਲਈ ਆ ਰਹੇ ਹਾਂ ਕਿ ਮੈਂ ਮਰਦ ਹਾਂ ਔਰ ਮੇਰੀ ਪ੍ਰਧਾਨਗੀ ਚੱਲੂਗੀ, ਸੌਰੀ, ਤੁਹਾਡੀ ਵੀ ਕੋਈ ਜਗ੍ਹਾ ਨਹੀਂ। ਗੁਰੂ ਨਾਨਕ ਦੇ ਘਰ ਦੇ ਵਿੱਚ ਔਰਤ ਮਰਦ ਬਰਾਬਰ ਆਉਣਗੇ ਔਰ ਬਰਾਬਰਤਾ ਦੇ ਉੱਤੇ ਉਹਨਾਂ ਦੀ ਕਾਬਲੀਅਤ ਹੈ, ਜੋ ਉਹ ਕਰਮ ਕਮਾਉਣਗੇ ਉਹਦੇ ਉੱਤੇ ਉਹਨਾਂ ਦੀ ਕਾਬਲੀਅਤ ਪਰਖੀ ਜਾਊਗੀ, ਨਾ ਕਿ ਉਹਨਾਂ ਦੇ ਜੈਂਡਰ ਦੇ ਆਧਾਰ ਦੇ ਉੱਤੇ। ਇਸੇ ਤਰੀਕੇ ਨਾਲ ਹੀ
ਜੋ ਵੀ ਕੋਈ ਆ ਰਿਹਾ ਹੈ ਉਸਦੀ ਕਾਬਲੀਅਤ, ਉਹਨੇ ਕੀਤਾ ਕੀ ਹੈ, ਉਹਦੇ ਡੀਡ ਕੀ ਨੇ, ਉਹਦੇ ਉੱਤੇ ਉਹਦੀ ਕਾਬਲੀਅਤ ਪਰਖੀ ਜਾਊਗੀ, ਨਾ ਕਿ ਉਹ ਕਿਸ ਘਰ ਜਨਮ ਲਿਆ ਉਹਦੇ ਤੋਂ। ਸੋ ਇੱਕ ਤਾਂ ਇਹ ਗੁਰੂ ਨਾਨਕ ਪਾਤਸ਼ਾਹੀ ਦਾ ਜਿਹੜਾ ਆਪਾਂ ਨੂੰ ਨਿਯਮ ਸਾਹਮਣੇ ਆਇਆ ਸੀਗਾ, ਇਹਦੇ ਵਿੱਚ ਹੀ ਮੈਂ ਚੱਲਦੀ ਕਿਉਂਕਿ ਅੱਜ ਵੈਸੇ ਮੈਂ ਚਾਹੁੰਦੀ ਸੀਗੀ ਕਿ ਗੁਰਮੁਖੀ ਲਿਪੀ ਤੱਕ ਤਾਂ ਅੱਜ ਪਹੁੰਚ ਲਿਆ ਜਾਵੇ, ਪਰ ਮੈਨੂੰ ਲੱਗਦਾ ਕਿ ਇੱਥੇ ਗੱਲਾਂ ਕਾਫੀ ਹੋ ਜਾਣੀਆਂ ਔਰ ਇਹ ਜ਼ਰੂਰੀ ਸੀਗੀਆਂ ਗੱਲਾਂ। ਮੈਨੂੰ ਹੋਰ ਕਈ ਜਿਹੜੇ ਸਵਾਲ ਉਹ ਆਏ ਔਰ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਮੈਂ ਰੈਗੂਲਰ ਆ ਨਹੀਂ ਪਾਈ ਤਾਂ ਸਵਾਲ ਕਾਫੀ ਇਕੱਠੇ ਹੋ ਗਏ। ਇੱਕ ਸਵਾਲ ਜਿਹੜਾ ਬਾਰ-ਬਾਰ ਆਉਂਦਾ ਰਿਹਾ, ਮੈਂ ਉਹਨੂੰ ਇੱਥੇ ਜ਼ਿਕਰ ਕਰ ਦਿੰਦੀ ਹਾਂ ਕਿ ਬਹੁਤ ਸਾਰੇ ਮੇਰੇ ਜਿਹੜੇ ਵੀਰ ਭੈਣ ਨੇ ਉਹਨਾਂ ਨੇ ਇੱਕ ਤਰ੍ਹਾਂ ਨਾਲ ਗਿਲਾ ਕਹਿ ਲਓ ਜਾਂ ਸ਼ਿਕਵਾ ਕਹਿ ਲਓ, ਜਾਂ ਕਈਆਂ ਨੇ ਗੁੱਸਾ ਵੀ ਕੀਤਾ ਕਿ ਤੁਸੀਂ ਸਿੱਖੀ ਨੂੰ ਨਿਯਮਾਂ ਦੇ ਵਿੱਚ ਬੰਨ੍ਹ ਕੇ ਸਿੱਖੀ ਛੋਟੀ ਕਰ ਰਹੇ ਆ। ਤਾਂ ਉਹਨਾਂ ਦੇ ਲਈ ਮੈਨੂੰ ਵਰਡ ਟੂ ਵਰਡ ਜਵਾਬ ਦੇਣੇ ਪੈਣਗੇ। ਇੱਕ ਤਾਂ ਉਹਨਾਂ ਦਾ ਇੱਕ ਮੇਜਰ ਕੰਸਰਨ ਸੀਗਾ ਕਿ ਸਿੱਖੀ ਨੂੰ ਤੁਸੀਂ ਨਿਯਮਾਂ 'ਚ ਬੰਨ੍ਹ ਕੇ ਛੋਟੀ ਕਰ ਰਹੇ ਹਾਂ। ਗੁਰੂ ਨਾਨਕ ਦੀ ਸਿੱਖੀ ਸਾਂਝੀਵਾਲਤਾ ਦਾ ਸੰਦੇਸ਼ ਦਿੰਦੀ ਹੈ ਔਰ ਸਾਰੀ ਜਿਹੜੀ ਦੁਨੀਆ ਹੈਗੀ ਆ ਉਹ ਸਿੱਖੀ ਦੇ ਵਿੱਚ ਆ ਸਕਦੀ ਹੈ। ਹੁਣ ਇਸ ਦਾ ਮੈਂ ਵਰਡ ਟੂ ਵਰਡ ਜਾਂ ਕਹਿ ਲਓ ਕਿ ਸਟੈਪ ਬਾਏ ਸਟੈਪ ਜਵਾਬ ਦਊਂਗੀ। ਪਹਿਲੀ ਗੱਲ ਤਾਂ ਤੁਸੀਂ, ਮੈਂ ਜਾਂ ਇਸ ਦੁਨੀਆ ਦੇ ਵਿੱਚ ਕੋਈ ਵੀ ਐਸਾ ਇਨਸਾਨ, ਉਸ ਦੀ ਇੰਨੀ ਔਕਾਤ ਨਹੀਂ ਕਿ ਗੁਰੂ ਨਾਨਕ ਦੀ ਸਿੱਖੀ ਨੂੰ ਛੋਟਾ ਜਾਂ ਵੱਡਾ ਕਰ ਸਕੇ। ਸਿੱਖੀ ਓਡੀ ਹੀ ਰਹਿਣੀ ਹੈ ਜਿੰਨੀ ਗੁਰੂ ਨਾਨਕ ਪਾਤਸ਼ਾਹ ਨੇ ਉਕਾਰ ਦਿੱਤੀ, ਜਿੰਨੀ ਉਹਨਾਂ ਨੇ ਬਣਾ ਦਿੱਤੀ। ਉਸ ਤੋਂ ਨਾ ਵੱਡੀ ਹੋਣੀ ਆ ਨਾ ਛੋਟੀ ਹੋਣੀ ਆ। ਗੁਰੂ ਨਾਨਕ ਨੇ ਕੁੱਲ ਕਾਇਨਾਤ ਨੂੰ ਸਿੱਖੀ ਦੀ ਜਿਹੜੀ ਗਲਵੱਕੜੀ ਦੇ ਵਿੱਚ ਉਹਨਾਂ ਨੇ ਲੈ ਲਿਆ ਔਰ ਉਸ ਤੋਂ ਵੱਡੀ ਮੈਨੂੰ ਲੱਗਦਾ ਹੋ ਨਹੀਂ ਸਕਦੀ, ਪਰ ਉਸ ਤੋਂ ਛੋਟੀ ਵੀ ਅਸੀਂ ਕਰ ਨਹੀਂ ਸਕਦੇ ਕਿਉਂਕਿ ਮੇਰੀ ਤੁਹਾਡੀ ਕੋਈ, ਅਸੀਂ ਕਿਸੇ ਬਿਸਾਤ ਦੇ ਉੱਤੇ ਨਹੀਂ ਆ। ਅਸੀਂ ਸਿਰਫ ਆਪਣਾ ਦਿਮਾਗ ਲਾ ਕੇ ਗੱਲਾਂ ਕਰ ਸਕਦੇ ਹਾਂ। ਸਮਝਣ ਦੇ ਲਈ ਜੋ ਲੋਕ ਉਸ ਪਰਮਾਤਮਾ ਦੇ ਨਾਲ ਇੱਕਮਿਕ ਹੋਣਾ ਚਾਹੁੰਦੇ ਆ, ਉਹ ਬਕਾਇਦਾ ਆਪਣੇ ਆਪ ਨੂੰ, ਆਪਣੇ ਜੀਵਨ ਨੂੰ ਗੁਰਮੁਖਾਂ ਦੇ ਜੀਵਨ ਦੇ ਵਿੱਚ ਢਾਲ ਕੇ ਉਸ ਰਾਹ ਦੇ ਉੱਤੇ ਤੁਰ ਪੈਂਦੇ। ਉਹ ਮੇਰੇ ਵਾਂਗੂ ਗੱਲਾਂ ਨਹੀਂ ਕਰਦੇ ਰਹਿੰਦੇ। ਸੋ ਸਿੱਖੀ ਨੂੰ ਛੋਟਾ ਵੱਡਾ ਕਰਨ ਦੀ ਨਾ ਤਾਂ ਮੇਰੀ ਔਕਾਤ ਹੈ, ਨਾ ਮੇਰਾ ਇਹ ਐਸਾ ਕੋਈ ਮਨਸੂਬਾ ਹੈ। ਹਾਂ, ਅਗਲੀ ਗੱਲ ਜਿਹੜੀ ਆਉਂਦੀ ਆ ਉਹ ਇਹ ਆਉਂਦੀ ਆ ਕਿ ਨਿਯਮ ਜਿਹੜੇ ਨੇ ਉਹ ਤੁਸੀਂ ਤੈਅ ਕਰ ਰਹੇ ਹੋ। ਨਹੀਂ ਜੀ, ਅਸੀਂ ਨਿਯਮ ਨਹੀਂ ਤੈਅ ਕਰ ਸਕਦੇ। ਫਿਰ ਉਹੀ ਗੱਲ ਆ ਜਾਂਦੀ ਹੈ, ਨਾ ਮੈਂ ਨਿਯਮ ਤੈਅ ਕਰ ਸਕਦੀ ਹਾਂ, ਨਾ ਤੁਸੀਂ ਕਰ ਸਕਦੇ ਹੋ, ਨਾ ਕੋਈ ਹੋਰ ਤੈਅ ਕਰ ਸਕਦਾ। ਮੈਂ ਬਾਰ-ਬਾਰ ਇਹ ਗੱਲ ਬੋਲਦੀ ਹਾਂ ਔਰ ਹਮੇਸ਼ਾ ਬੋਲਦੀ ਰਹੂੰਗੀ ਕਿ ਜਿਹੜੀ ਵੀ ਮੇਰੀ ਗੱਲ ਤੁਹਾਨੂੰ ਗੁਰਮਤ ਦੇ ਅਕੋਰਡਿੰਗ ਸਹੀ ਨਾ ਲੱਗੇ, ਜਿਸ ਵੀ ਗੱਲ ਦੇ ਉੱਤੇ ਤੁਹਾਨੂੰ ਲੱਗੇ ਕਿ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਮੁਨਕਰ ਹੋ ਰਹੀ ਹਾਂ ਜਾਂ ਜੋ ਮੇਰੇ ਗੁਰੂ ਨੇ ਹੁਕਮ ਦਿੱਤਾ ਮੈਂ ਉਸ ਦੇ ਮੁਤਾਬਕ ਗੱਲ ਨਹੀਂ ਕਰ ਰਹੀ, ਉਹ ਗੱਲ ਨੂੰ ਕੂੜੇ 'ਚ ਸੁੱਟ ਦਿਓ ਮੇਰੀ ਨੂੰ। ਕਿਉਂਕਿ ਮੇਰੀ ਕੋਈ ਹੈ ਨਹੀਂ ਹਸਤੀ ਕਿ ਮੈਂ ਤੁਹਾਨੂੰ ਸਾਰਿਆਂ ਨਾਲ, ਮੈਨੂੰ ਪਾਤਸ਼ਾਹ ਨੇ ਇੰਨਾ ਮੌਕਾ ਦਿੱਤਾ ਕਿ ਮੈਂ ਸੰਗਤ ਦੇ ਰੂਬਰੂ ਹੋ ਸਕਾਂ, ਸੰਗਤ ਮੈਨੂੰ ਸੁਣ ਸਕੇ, ਮੈਂ ਸੰਗਤ ਨੂੰ ਸੁਣ ਸਕਾਂ। ਜਦੋਂ ਕੋਈ ਈਮੇਲ ਆਉਂਦੀ ਆ ਉਹ ਉਹਨਾਂ ਨੇ ਇਹ ਲਿਖਿਆ ਹੁੰਦਾ ਕਿ ਭੈਣ ਜੀ ਤੁਹਾਡੀ ਗੱਲ ਸਾਨੂੰ ਚੰਗੀ ਲੱਗੀ, ਤਾਂ ਮੈਂ ਪਾਤਸ਼ਾਹ ਨੂੰ ਕੋਟਨ ਕੋਟ ਸ਼ੁਕਰ ਕਰਦੀ ਹਾਂ ਕਿ ਮੇਰੇ ਵਰਗੇ ਜਿਹੜੇ ਸੱਚੀ ਗੱਲ ਆ, ਜਿਹੜੇ ਬਿਸਟਾ ਕੇ ਜੰਤ ਹੁੰਦੇ ਆ ਨਾ, ਤੂੰ ਉਹਨਾਂ ਨੂੰ ਵੀ ਸੰਗਤ ਦੇ ਸਾਹਮਣੇ ਪਰ ਪਾਤਸ਼ਾਹ ਰੱਖ ਦਿੱਤਾ, ਇਹ ਤੂੰ ਹੀ ਕਰ ਸਕਦਾ। ਰੁਲਿਆਂ ਖੁਲਿਆਂ ਨੂੰ, ਕੋਝਿਆਂ ਨੂੰ ਚੁੱਕ ਕੇ ਗਲੇ ਨਾਲ ਲਾਉਣਾ ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਿਹੜੀ ਹਿੱਸੇ ਆਈ ਗੱਲ ਆ, ਹੋਰ ਕੋਈ ਨਹੀਂ ਕਰ ਸਕਦਾ। ਇਸ ਕਰਕੇ ਮੇਰੇ ਲਈ ਇਹੀ ਬਹੁਤ ਵੱਡੀ ਗੱਲ ਆ ਕਿ ਤੁਸੀਂ ਮੈਨੂੰ ਸੁਣਦੇ ਹੋ। ਹਾਂ, ਪਰ ਹਮੇਸ਼ਾ ਇਸ ਗੱਲ ਨੂੰ ਪਰਖਦੇ ਰਿਹਾ ਜੇ, ਜਦੋਂ ਵੀ ਮੈਂ ਕੋਈ ਗੱਲ ਬੋਲਾਂ, ਅਗਰ ਮੈਂ ਕੋਈ ਇਹ ਗੱਲ ਕਹੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਇਹ ਨਿਯਮ ਸਾਨੂੰ ਦਿੱਤਾ, ਇਹ ਦੇਖੋ ਕਿ ਕਿਆ ਉਹ ਨਿਯਮ ਮੈਂ ਆਪ ਬੋਲ ਰਹੀ ਹਾਂ ਜਾਂ ਉਸ ਨਿਯਮ ਨੂੰ ਦੱਸਦੇ ਹੋਏ, ਉਹਨੂੰ ਇੰਟਰਪ੍ਰੈਟ ਕਰਦੇ ਹੋਏ ਮੈਂ ਗੁਰਬਾਣੀ ਦਾ ਹਵਾਲਾ ਵੀ ਦੇ ਰਹੀ ਹਾਂ। ਜੇ ਤਾਂ ਗੁਰਬਾਣੀ ਦੇ ਅਕੋਰਡਿੰਗ ਉਹ ਗੱਲ ਫਿੱਟ ਬੈਠਦੀ ਹੈ ਤਾਂ ਉਹਨੂੰ ਸਾਂਭੋ, ਜੇ ਨਹੀਂ ਫਿੱਟ ਬੈਠਦੀ ਤਾਂ ਕਿਰਨ ਦੀ ਕੋਈ ਮਤਲਬ ਨਹੀਂ। ਕਿਰਨਪ੍ਰੀਤ ਕੌਰ ਕੋਈ ਚੀਜ਼ ਨਹੀਂ, ਕੋਈ ਸ਼ੈ ਨਹੀਂ, ਕਿਤੇ ਐਗਜ਼ਿਸਟ ਨਹੀਂ ਕਰਦੀ। ਇਹਦੀ ਗੱਲ ਨੂੰ ਕੂੜੇਦਾਨ ਸੁੱਟ ਦਿਓ, ਫਿਰ ਕੋਈ ਲੋੜ ਨਹੀਂ ਉਸ ਨੂੰ ਲੈਣ ਦੀ। ਅਸੀਂ ਜੋ ਵੀ ਮੈਂ ਨਿਯਮਾਂ ਦੀ ਗੱਲ ਕੀਤੀ, ਅਗਰ ਮੈਂ ਕੈਟਾਗਰੀਜ਼ ਦੀ ਗੱਲ ਕਰਦੀ ਹਾਂ ਕਿ ਗੁਰੂ ਨਾਨਕ ਦੇ ਘਰ ਦੇ ਵਿੱਚ ਕੈਟਾਗਰੀ ਨਹੀਂ ਹੈ, ਤਾਂ ਉਹ ਬਕਾਇਦਾ ਸਾਨੂੰ ਗੁਰੂ ਪਾਤਸ਼ਾਹ ਨੇ ਆਪਣੇ ਜੀਵਨ ਕਾਲ ਦੇ ਵਿੱਚ ਪ੍ਰੈਕਟੀਕਲੀ ਜੀ ਕੇ ਵੀ ਦਿਖਾਇਆ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਵੀ ਕੀਤਾ ਹੈ। ਜਾਤ ਧਰਮ ਨਾ ਪੁੱਛੀਏ, ਇਹ ਬੋਲਦੇ ਆ ਨਾ ਗੁਰੂ ਪਾਤਸ਼ਾਹ, ਹੈ ਨਾ। ਉਹਨਾਂ ਨੇ ਬਕਾਇਦਾ ਸਾਨੂੰ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦੱਸਿਆ ਕਿ ਕੋਈ ਕੈਟਾਗਰੀ ਮੇਰੇ ਘਰ ਦੇ ਵਿੱਚ ਐਗਜ਼ਿਸਟ ਨਹੀਂ ਕਰ ਸਕਦੀ। ਉਸ ਤੋਂ ਬਾਅਦ ਇਹਦੇ ਬਾਰੇ ਆਪਾਂ ਬਹੁਤ ਲੰਬੀਆਂ ਗੱਲਾਂ ਕਰ ਚੁੱਕੇ ਕਿ ਜਿਹੜੀ ਇਸਤਰੀ ਔਰ ਪੁਰਸ਼ ਦਾ ਜੋ ਇੱਕ ਸਮਾਜਿਕ
ਜਿਹੜਾ ਤਾਣਾ ਬਾਣਾ ਹੈ ਕਿ ਉੱਚੇ ਨੀਵੇਂ ਦਾ, ਉਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿੱਦਾਂ ਇੰਟਰਪ੍ਰੇਟ ਕਰਦੇ ਨੇ ਉਹ ਆਪਾਂ ਗੱਲ ਕਰ ਚੁੱਕੇ ਹਾਂ, ਤਾਂ ਉਹਨੂੰ ਮੈਂ ਬਾਰ-ਬਾਰ ਰਿਪੀਟ ਨਹੀਂ ਕਰੂੰਗੀ। ਅਗਲੀ ਗੱਲ ਜਿਹੜੀ ਹੈ ਉਹ ਹੈ ਕਿ ਗੁਰਬਾਣੀ ਸਰਬ ਸਾਂਝੀ ਵਾਲਤਾ ਦਾ ਸੰਦੇਸ਼ ਦਿੰਦੀ ਹੈ। ਅਤੇ ਜਦੋਂ ਮੈਂ ਨਿਯਮਾਂ ਦੀ ਗੱਲ ਕਰਨੀ ਹੈ, ਜਦੋਂ ਅਸੀਂ ਇਹ ਗੱਲ ਕਰਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਨੇ ਨਿਯਮ ਬੰਦ ਕੀਤਾ, ਤਾਂ ਫਿਰ ਅਸੀਂ ਕੁਛ ਲੋਕ ਜੋ ਉਹਨਾਂ ਨਿਯਮਾਂ ਦੇ ਵਿੱਚ ਨਹੀਂ ਆਉਂਦੇ ਉਹਨਾਂ ਨੂੰ ਬਾਹਰ ਕੱਢ ਦਿੰਦੇ ਹਾਂ। ਇਹ ਵੀ ਇੱਕ ਗੱਲ ਆਉਂਦੀ ਹੈ। ਮੈਂ ਇਹਨੂੰ ਦੁਨਿਆਵੀ ਪੱਧਰ ਦੇ ਉੱਤੇ ਇੱਕ ਦੁਨਿਆਵੀ ਇਗਜ਼ਾਮਪਲ ਦੇ ਨਾਲ ਸਮਝਣ ਅਤੇ ਸਮਝਾਉਣ ਦੀ ਕੋਸ਼ਿਸ਼ ਕਰਦੀ ਹਾਂ। ਕੋਈ ਇੱਕ ਸਕੂਲ ਐਸਾ ਖੁੱਲ੍ਹ ਜਾਏ ਕਿ ਜਿਹੜਾ ਕਹੇ ਕਿ ਨਾ ਅਸੀਂ ਪੈਸੇ ਲਵਾਂਗੇ, ਨਾ ਅਸੀਂ ਜਾਤ ਪੁੱਛਾਂਗੇ, ਨਾ ਧਰਮ ਪੁੱਛਾਂਗੇ, ਨਾ ਕੁਛ ਨਹੀਂ ਪੁੱਛਾਂਗੇ, ਜਿਹੜਾ ਮਰਜ਼ੀ ਇਸ ਸਕੂਲ ਦੇ ਵਿੱਚ ਆ ਕੇ ਐਡਮਿਸ਼ਨ ਲੈ ਸਕਦਾ ਹੈ। ਹੁਣ ਉਹ ਬੱਚੇ ਉਹ ਸਕੂਲ ਦੇ ਵਿੱਚ ਚਲੇ ਗਏ, ਪਰ ਜਦੋਂ ਬੱਚੇ ਉਹ ਸਕੂਲ ਦੇ ਵਿੱਚ ਐਡਮਿਸ਼ਨ ਲੈ ਲਿਆ ਤਾਂ ਉਸ ਟਾਈਮ ਦੇ ਤਾਂ ਉਹਨਾਂ ਨੂੰ ਕੁਛ ਨਿਯਮ ਤਾਂ ਸਕੂਲ ਦੇ ਮੰਨਣੇ ਪੈਣਗੇ ਕਿ ਨਹੀਂ। ਸਕੂਲ ਨੂੰ ਚਲਾਉਣ ਦੇ ਲਈ ਨਿਯਮ ਹੋਣੇ ਜ਼ਰੂਰੀ ਹੈ ਕਿ ਨਹੀਂ। ਇਹ ਆਪਾਂ ਆਪ ਸੋਚ ਕੇ ਵੇਖੀਏ ਕਿ ਮੰਨ ਲਓ ਉੱਥੇ 500 ਬੱਚਾ ਆ ਗਿਆ। ਹੁਣ 500 ਬੱਚੇ ਅਗਰ ਆਪਣਾ ਨਿਯਮ ਲੈ ਕੇ ਆਊਗਾ, ਉਹ ਕਹੂਗਾ ਕਿ ਮੇਰਾ ਨਿਯਮ ਤਾਂ ਇਹ ਹੈ, ਮੈਂ ਤਾਂ ਇਹਨਾਂ ਤੁਸੀਂ ਕਿਹਾ ਸੀਗਾ ਕਿ ਕੋਈ ਤੁਹਾਨੂੰ ਕਿਸੇ ਤਰੀਕੇ ਦੇ ਨਾਲ ਕਿਸੇ ਵੀ ਜਿਹੜੀ ਸੀਮਾ ਦੇ ਵਿੱਚ ਬੰਨਿਆ ਨਹੀਂ ਜਾਊਗਾ। ਤੁਸੀਂ ਕੋਈ ਵੀ ਧਰਮ ਦੇ ਹੋ ਸਕਦੇ ਆ, ਜਾਤ ਦੇ ਹੋ ਸਕਦੇ ਆ, ਮਜ਼ਹਬ ਦੇ ਹੋ ਸਕਦੇ ਆ, ਤੁਹਾਡੇ ਲਈ ਸਕੂਲ ਖੁੱਲ੍ਹਾ ਅਤੇ ਅਸੀਂ ਆ ਗਏ। ਹੁਣ ਸਾਡੇ ਨਿਯਮ ਵੀ ਆਪਣੇ ਚੱਲਣਗੇ ਤਾਂ ਇੱਥੇ ਤਾਂ ਕੰਮ ਗੜਬੜ ਹੋ ਜਾਊਗਾ ਨਾ, ਕਿਉਂਕਿ ਜੇ 500 ਨਿਯਮ ਸਕੂਲ ਦੇ ਵਿੱਚ ਚੱਲਣਗੇ ਤਾਂ ਸਾਹਮਣੇ ਕੀ ਆਊਗਾ? ਕਿਓਸ ਅਤੇ ਕਨਫਿਊਜ਼ਨ, ਜੋ ਅੱਜ ਸਿੱਖਾਂ ਦੇ ਵਿੱਚ ਬਹੁਤਾਤ ਦੇ ਵਿੱਚ ਪਾਈ ਜਾ ਰਹੀ ਹੈ। ਮਾਫ਼ ਕਰਨਾ ਜੇ ਮੇਰੀ ਗੱਲ ਅਗਰ ਕਿਸੇ ਨੂੰ ਬੁਰੀ ਲੱਗੇ ਤਾਂ ਦੋਨੋਂ ਹੱਥ ਜੋੜ ਕੇ ਮਾफ़ੀ, ਬਟ ਧਿਆਨ ਨਾਲ ਦੇਖਿਓ, ਜਿੰਨਾ ਆਪ ਮੁਹਾਰਾਪਨ ਸਿੱਖਾਂ ਦੇ ਵਿੱਚ ਇਸ ਟਾਈਮ 'ਤੇ ਹੈ, ਇਹਨਾਂ ਕਿਸੇ ਵਿੱਚ ਨਹੀਂ। ਕੋਈ ਕਿੰਤੂ ਨਹੀਂ ਕਰ ਰਿਹਾ, ਕੋਈ ਕਿਸੇ ਦੇ ਉੱਤੇ ਕਦੀ ਵੀ ਕਿੰਤੂ ਨਹੀਂ ਕਰ ਰਿਹਾ ਕਿ ਆਹ ਕਿਵੇਂ ਹੋ ਗਿਆ, ਉਹ ਕਿਵੇਂ ਹੋ ਗਿਆ। ਸਾਡੇ ਲੋਕ ਇਤਿਹਾਸ ਨੂੰ ਹੀ ਝੁਠਲਾਈ ਜਾ ਰਹੇ ਨੇ ਆਪਣੀ ਸੌੜੀ ਜੀ ਛੋਟੀ ਜੀ ਸੋਚ ਦੇ ਉੱਤੇ ਚੱਲਦਿਆਂ ਹੋਇਆਂ। ਜਿਨ੍ਹਾਂ ਲੋਕਾਂ ਨੇ, ਔਰ ਉਹਦੇ ਵਿੱਚ ਮੈਂ ਵੀ ਆਉਂਦੀ ਹਾਂ, ਇਹ ਨਾ ਸੋਚਿਓ ਕਿ ਮੈਂ ਆਪਣੇ ਆਪ ਨੂੰ ਬਾਹਰ ਕੱਢ ਲਿਆ, ਨਹੀਂ, ਮੈਂ ਵੀ ਵਿੱਚ ਆਉਂਦੀ ਹਾਂ। ਜਿਨ੍ਹਾਂ ਲੋਕਾਂ ਨੂੰ ਆਪਣੀ ਹੋਂਦ, ਆਪਣੀ ਹਸਤੀ ਬਾਰੇ ਪੂਰੀ ਤਰ੍ਹਾਂ ਨਹੀਂ ਪਤਾ ਕਿ ਉਹ ਹੈ ਕੀ ਨੇ, ਕੱਲ੍ਹ ਨੂੰ ਉਹਨਾਂ ਨੇ ਕੀ ਕਰਨਾ, ਜੋ ਉਹਨਾਂ ਨੇ ਪਿੱਛੇ ਕਰ ਲਿਆ ਉਹਨਾਂ ਨੇ ਕਿਉਂ ਕੀਤਾ ਸੀ, ਜੋ ਇਸ ਚੀਜ਼ ਨੂੰ ਇੰਟਰਪ੍ਰੇਟ ਨਹੀਂ ਕਰ ਸਕਦੇ, ਉਹ ਲੋਕ ਵੀ ਇਤਿਹਾਸ ਨੂੰ ਕਿੰਤੂ ਪ੍ਰੰਤੂ ਕਰਕੇ ਕਸਵੱਟੀਆਂ ਦੇ ਉੱਤੇ ਖਰਾ ਉਤਰ ਦਿਆ ਕਿ ਨਹੀਂ ਉਤਰ ਰਿਹਾ, ਉਹਨੂੰ ਪਰਖ ਰਹੇ ਨੇ। ਔਰ ਉਹਨਾਂ ਦੀ ਕਸਵੱਟੀ ਕੀ ਹੈ ਪਤਾ ਨਹੀਂ, ਕੋਈ ਏ ਡੇਰੇ ਦੇ ਨਾਲ ਲੱਗਾ, ਕੋਈ ਬੀ ਡੇਰੇ ਦੇ ਨਾਲ ਲੱਗਾ, ਔਰ ਉਹ ਡੇਰੇ ਵਾਲਿਆਂ ਦੀਆਂ ਹੀ ਗੱਲਾਂ ਸੁਣ ਕੇ ਅੱਗੇ ਕੋਈ ਡੇਰੇ ਵਾਲਾ ਜਿਹੜਾ ਉਹ ਪੁਜਾਰੀ ਕਹੀ ਜਾ ਰਿਹਾ, ਕੋਈ ਕਿਸੇ ਨੂੰ ਕੁਛ ਕਹੀ ਜਾ ਰਿਹਾ। ਉਹਦੇ ਵਿੱਚ ਹੀ ਅਸੀਂ ਇੰਨਾ ਕੁ ਆਪ ਮੁਹਾਰਾਪਨ ਸਾਡੇ ਸਿੱਖਾਂ ਦੇ ਵਿੱਚ, ਆਪ ਹੁਦਰਾਪਨ ਮੈਂ ਕਹੂੰਗੀ ਸਾਡੇ ਸਿੱਖਾਂ ਦੇ ਵਿੱਚ ਆ ਗਿਆ, ਕਿਉਂਕਿ ਹਰ ਇੱਕ ਬੰਦਾ ਅੱਜ ਹਿਸਟੋਰੀਅਨ ਵੀ ਹੈ, ਹਰ ਇੱਕ ਬੰਦਾ ਅੱਜ ਫਿਲੋਸਫਰ ਵੀ ਹੈ। ਮਾਫ਼ ਕਰਨਾ, ਮੇਰੀ ਇੱਕ ਜਗ੍ਹਾ ਦੇ ਵਿੱਚ ਮੈਂ ਅਗਰ PhD ਹੈ ਨਾ, ਤਾਂ ਮੇਰੀ ਇੱਕ ਪਰਟੀਕੂਲਰ ਚੀਜ਼ ਦੇ ਉੱਪਰ ਪਕੜ ਹੋ ਸਕਦੀ ਹੈ। ਇਹ ਨਹੀਂ ਹੋ ਸਕਦਾ ਕਿ ਮੇਰੀ ਪਕੜ ਹਰ ਇੱਕ ਚੀਜ਼ ਦੇ ਉੱਪਰ ਹੋਵੇ। ਜਦੋਂ ਵੀ ਕੋਈ ਇਤਿਹਾਸ ਦਾ ਹਵਾਲਾ ਦੇਣਾ ਹੁੰਦਾ ਤਾਂ ਮੈਂ ਪਹਿਲਾਂ ਤੁਹਾਡੇ ਸਭ ਦੇ ਸਨਮੁਖ ਆਉਣ ਤੋਂ ਪਹਿਲਾਂ ਆਪਣਾ ਜਿਹੜਾ ਉਹ ਫੈਕਟ ਹੈ ਉਹ ਨਾ ਸਿਰਫ ਕਿਤਾਬਾਂ 'ਚੋਂ ਚੈੱਕ ਕਰਦੀ ਹਾਂ, ਬਲਕਿ ਕਿਸੇ ਨਾ ਕਿਸੇ ਹਿਸਟੋਰੀਅਨ ਨਾਲ ਗੱਲ ਕਰਕੇ, ਮੇਰੇ ਨਾਲ ਮੈਂ ਮੋਹਿੰਦਰ ਸਿੰਘ ਖਹਿਰਾ ਅੰਕਲ ਹੋਣਾ ਕੋਲ ਜ਼ਿਆਦਾ ਪੁੱਛਦੀ ਹੁੰਦੀ ਹਾਂ, ਪਰ ਉਹਨਾਂ ਨੂੰ ਫ਼ੋਨ ਕਰਕੇ ਮੈਂ ਹਮੇਸ਼ਾ ਪੁੱਛਦੀ ਕਿ ਜਿਹੜਾ ਮੈਂ ਕੋਟ ਕਰਨਾ ਹੈ ਸਹੀ ਹੈ। ਜਦ ਤੱਕ ਉਹ ਹਾਂ ਨਹੀਂ ਕਰਦੇ ਮੈਂ ਕਦੀ ਕੋਟ ਨਹੀਂ ਕਰਦੀ। ਅੱਜ ਵੀ ਮੈਂ ਇੱਕ ਹਿਸਟੋਰੀਕਲ ਚੀਜ਼ ਬਾਰੇ ਗੱਲ ਕਰਨੀ ਸੀਗੀ, ਪਰ ਮੇਰੀ ਉਹਨਾਂ ਨਾਲ ਗੱਲ ਨਹੀਂ ਹੋ ਪਾਈ ਅਤੇ ਇਸ ਕਰਕੇ ਮੈਂ ਉਹ ਗੱਲ ਮਾਈਨਸ ਕਰ ਦਿੱਤੀ, ਕਿਉਂਕਿ ਹਿਸਟਰੀ ਦੇ ਉੱਤੇ ਮੇਰੀ ਪਕੜ ਓਨੀ ਨਹੀਂ ਜਿੰਨੀ ਕਿ ਇੱਕ ਹਿਸਟੋਰੀਅਨ, ਇੱਕ ਇਤਿਹਾਸਕਾਰ ਦੀ ਹੋਣੀ ਚਾਹੀਦੀ ਹੈ। ਮੇਰੀ ਪਕੜ ਜਿਹੜੀ ਹੈ ਉਹ ਹੈ ਹਿਊਮਨ ਬਿਹੇਵੀਅਰ ਦੇ ਉੱਤੇ, ਹਿਊਮਨ ਸਾਈਕੋਲੋਜੀ ਦੇ ਉੱਤੇ, ਕਿਉਂਕਿ ਮੇਰਾ ਸਬਜੈਕਟ ਉਹ ਹੈ, ਮੇਰੀ PhD ਇਹੋ ਜਿਹੀ ਹੈ। ਤਾਂ ਉਹ ਇਸ ਕਰਕੇ ਮੈਂ ਸਿਰਫ ਉਸੇ ਚੀਜ਼ ਦੇ ਉੱਤੇ ਆਪਣੀ ਪਕੜ ਮੰਨ ਸਕਦੀ ਹਾਂ। ਪਰ ਸਾਡੇ ਪੰਜਾਬ ਦੇ ਵਿੱਚ ਲਾ ਲਓ ਜਾਂ ਪੰਜਾਬ ਤੋਂ ਬਾਹਰ ਲਾ ਲਓ, ਸਾਰੇ ਇਤਿਹਾਸਕਾਰ ਵੀ ਨੇ, ਸਾਰੇ ਫਿਲੋਸਫਰ ਵੀ ਨੇ, ਸਾਰੇ ਹਿਊਮਨ ਬਿਹੇਵੀਅਰ ਦੇ ਐਕਸਪਰਟ ਵੀ ਨੇ, ਸਾਰੇ ਆਰਕਾਈਵਿਸਟ ਵੀ ਨੇ। ਹਰ ਇੱਕ ਤਰੀਕੇ ਦਾ ਜਿਹੜਾ ਆਪਾਂ ਇੱਕ ਟੋਟਲ ਪੈਕੇਜ ਆਪਣੇ ਆਪ ਨੂੰ ਸਮਝ ਕੇ ਔਰ ਬਹੁਤ ਸਿਆਣੇ ਬਣ ਕੇ ਅਤੇ ਅਸੀਂ ਅੱਗੇ ਤੁਰ ਪਏ ਹਾਂ। ਇਹ ਚੀਜ਼ ਕਿਉਂ ਹੋਈ? ਕਿਉਂਕਿ ਅਸੀਂ ਇਹ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਬਹੁਤ ਸਾਰੇ ਲੋਕਾਂ ਨੇ ਆਪਣੀ ਜਿਹੜੀ ਲਾਲਚ ਦੇ ਕਰਕੇ ਕਿ ਸਿੱਖੀ ਦੇ ਵਿੱਚ ਕੋਈ ਨਿਯਮ ਨਹੀਂ। ਸਿੱਖੀ ਦੇ ਵਿੱਚ ਬਾਕਾਇਦਾ ਨਿਯਮ ਹੈ, ਔਰ ਜਦ ਤੱਕ ਅਸੀਂ ਉਹਨਾਂ ਨਿਯਮਾਂ ਦੇ ਉੱਤੇ ਨਹੀਂ ਚੱਲਦੇ ਤਾਂ ਇਹ ਸਕੂਲ ਦੇ ਵਿੱਚ ਐਡਮਿਸ਼ਨ ਨਹੀਂ ਲਈ ਜਾ ਸਕਦੀ। ਇੱਕ ਦੁਨਿਆਵੀ ਸਕੂਲ ਅਗਰ ਨਿਯਮਾਂ ਤੋਂ ਬਿਨਾਂ ਨਹੀਂ ਚੱਲ ਸਕਦਾ ਤਾਂ ਸੋਚ ਕੇ ਦੇਖਣਾ ਜੇ ਕਿ ਇਹ ਤਾਂ ਇੱਕ ਇਲਾਹੀ ਸਕੂਲ ਹੈ।
ਉਹ ਸਕੂਲ ਫਿਰ ਨਿਯਮਾਂ ਤੋਂ ਬਿਨਾਂ ਕਿੱਦਾਂ ਹੋਊਗਾ, ਔਰ ਉਹ ਸਕੂਲ ਦਾ ਸਰਪ੍ਰਸਤ ਗੁਰੂ ਨਾਨਕ ਪਾਤਸ਼ਾਹ ਉਹ ਕਿੱਦਾਂ ਸਾਨੂੰ ਇੱਦਾਂ ਹੀ ਬੇਲਗਾਮੇ ਛੱਡ ਦੇਣਗੇ ਜੋ ਮਰਜ਼ੀ ਕਰੀ ਜਾਓ, ਤੁਹਾਡਾ ਕੋਈ ਨਿਯਮ ਹੀ ਨਹੀਂ। ਇੱਦਾਂ ਨਹੀਂ ਹੁੰਦਾ। ਬਕਾਇਦਾ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਨਿਯਮਬੱਧ ਕੀਤਾ ਹੈ, ਔਰ ਉਸ ਨਿਯਮਬੱਧ ਜਿਸ ਦਾਇਰੇ ਦੇ ਵਿੱਚ ਜੋ ਹੈ ਉਹ ਹੈ ਖਾਲਸਾ ਪੰਥ। ਬਿਲਕੁਲ ਸਾਂਝੀਵਾਲਤਾ ਦਾ ਸੰਦੇਸ਼ ਹੈ, ਬਿਲਕੁਲ ਸਾਰੀ ਕਾਇਨਾਤ ਲਈ ਖੁੱਲ੍ਹੀ ਹੈ, ਜਿਹੜਾ ਮਰਜ਼ੀ ਆ ਸਕਦਾ ਹੈ। ਪਰ ਜਦੋਂ ਉਹ ਆ ਗਿਆ ਤਾਂ ਉਹਨੂੰ ਉਹਨਾਂ ਨਿਯਮਾਂ ਦੇ ਉੱਤੇ ਚੱਲਣਾ ਹੀ ਪਊਗਾ। ਇਹੀ ਗੁਰੂ ਨਾਨਕ ਪਾਤਸ਼ਾਹ ਦਾ ਹੁਕਮ ਹੈ। ਤਾਂ ਹੀ ਤਾਂ 10ਵੇਂ ਜਾਮੇ ਵਿੱਚ ਉਹ ਬੋਲਦੇ ਆ ਨਾ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਹੁਣ ਅਸੀਂ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਸਾਹਿਬ, ਕੁਛ ਲੋਕ ਐਸੇ ਵੀ ਨੇ ਜਿਹੜੇ ਕਹਿੰਦੇ ਨੇ ਕਿ ਸਾਡੇ ਦਿਲ ਦੇ ਵਿੱਚ ਪੂਰੀ ਸ਼ਰਧਾ ਹੈ ਜੀ, ਪਰ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਗੁਰੂ ਲਾਉਣ ਤੋਂ ਵੀ ਸੰਕੋਚ ਕਰਦੇ ਨੇ। ਫਿਰ ਉਹ ਪਤਾ ਨਹੀਂ ਕਿਸ ਤਰੀਕੇ ਨਾਲ ਕਿਹੜੀ ਸ਼ਰਧਾ ਦੀ ਗੱਲ ਕਰਦੇ। ਖੈਰ ਚਲੋ, ਉਹਨਾਂ ਦੀ ਆਪਣੀ ਮਨ ਮਰਜ਼ੀ ਹੈ। ਸੋ ਇਸ ਕਰਕੇ ਮੇਰੀ ਅੱਜ ਦੀਆਂ ਜਿਹੜੀਆਂ ਬੇਨਤੀਆਂ ਸੀਗੀਆਂ ਉਹ ਇਹ ਪ੍ਰਵਾਨ ਕਰਨਾ ਕਿ ਜਦੋਂ ਮੈਂ ਨਿਯਮ ਦੀ ਗੱਲ ਕਰਦੀ ਹਾਂ, ਕੋਈ ਵੀ ਐਸੀ ਚੀਜ਼ ਮੈਂ ਆਪਣੇ ਮਨੋਂ ਬਣਾ ਕੇ ਤੁਹਾਡੇ ਨਾਲ ਸਾਂਝੀ ਨਹੀਂ ਕਰਦੀ, ਨਾ ਮੈਂ ਕਰ ਸਕਦੀ ਹਾਂ, ਨਾ ਮੇਰੀ ਇਹ ਐਥੀਕਲ ਇੰਟੈਗਰਿਟੀ ਮੈਨੂੰ ਇਹ ਆਗਿਆ ਦਿੰਦੀ ਹੈ ਕਿ ਮੈਂ ਇਸ ਤਰ੍ਹਾਂ ਕਰਾਂ। ਕਿਉਂਕਿ ਕਿਤੇ ਨਾ ਕਿਤੇ ਇੱਕ ਮੈਂ ਆਪਣੇ ਗੁਰੂ ਨੂੰ, ਅਗਰ ਮੈਂ ਹੋਰ ਕਿਸੇ ਨੂੰ ਵੀ ਜਵਾਬਦੇਹ ਨਾ ਹੋਵਾਂ, ਮੈਂ ਆਪਣੇ ਗੁਰੂ ਨੂੰ ਜਵਾਬਦੇਹ ਜ਼ਰੂਰ ਹਾਂ। ਸੋ ਇਸ ਕਰਕੇ ਜਿਹੜੇ ਵੀ ਨਿਯਮਾਂ ਦੀ ਆਪਾਂ ਗੱਲ ਕਰ ਰਹੇ ਹਾਂ, ਉਹ ਨਿਯਮ ਬਕਾਇਦਾ ਗੁਰੂ ਪਾਤਸ਼ਾਹ ਨੇ ਸਾਨੂੰ ਗੁਰਬਾਣੀ ਦੇ ਵਿੱਚ ਵੀ ਦਿੱਤੇ ਨੇ, ਔਰ ਬਕਾਇਦਾ ਉਹਨਾਂ ਨੂੰ ਪ੍ਰੈਕਟੀਕਲੀ ਜੀ ਕੇ ਵੀ ਸਾਨੂੰ ਦਿਖਾਇਆ। ਫਿਰ ਉਹ ਨਿਯਮ ਸਾਡੇ ਕੋਲ ਆਏ ਆ, ਫਿਰ ਉਹ ਨਿਯਮ ਸਾਡੇ ਕਿਰਦਾਰ ਦਾ ਹਿੱਸਾ ਹੋਏ ਆ, ਔਰ ਜਿਹੜੇ ਲੋਕ ਉਹਨਾਂ ਨਿਯਮਾਂ ਨੂੰ ਆਪਣੇ ਕਿਰਦਾਰ ਦਾ ਹਿੱਸਾ ਬਣਾ ਗਏ, ਉਹ ਕਿਰਦਾਰੇ ਖਾਲਸਾ ਹੋ ਗਏ। ਉਹਨਾਂ ਦੇ ਕਿਰਦਾਰ ਹੀ ਕਿਰਦਾਰੇ ਖਾਲਸਾ ਹੋ ਗਏ। ਸੋ ਜਿਹੜੇ ਪਿਛਲੇ ਐਪੀਸੋਡ ਦੇ ਵਿੱਚ ਆਪਾਂ ਡਿਸਕਸ਼ਨ ਕੀਤੀ ਸੀ, ਜਿੱਥੇ ਆਪਾਂ ਗੱਲ ਛੱਡੀ ਸੀ, ਉਹ ਸੀ ਗੁਰੂ ਅੰਗਦ ਦੇਵ ਪਾਤਸ਼ਾਹ ਦੀ। ਗੁਰੂ ਅੰਗਦ ਦੇਵ ਮਹਾਰਾਜ ਸਾਨੂੰ ਬਕਾਇਦਾ ਜੋ ਆਪਣੇ ਜੀਵਨ ਕਾਲ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਤੋਂ ਜਦੋਂ ਜਾਮਾਂ ਬਦਲ ਕੇ ਗੁਰੂ ਨਾਨਕ ਪਾਤਸ਼ਾਹ ਦਾ ਅੱਗੇ ਗੁਰੂ ਅੰਗਦ ਦੇਵ ਮਹਾਰਾਜ ਸਾਨੂੰ ਅਗਲੇ ਜਿਹੜੇ ਨਿਯਮ ਸਾਨੂੰ ਦ੍ਰਿੜ ਕਰਵਾਉਂਦੇ ਨੇ, ਉਹ ਸੀ ਹੁਕਮ, ਪਾਠਸ਼ਾਲਾ, ਮੱਲ ਅਖਾੜੇ ਅਤੇ ਗੁਰਮੁਖੀ ਲਿਪੀ। ਹੁਣ ਹੁਕਮ ਦੀ ਗੱਲ, ਮੱਲ ਅਖਾੜਿਆਂ ਦੀ ਗੱਲ ਅਤੇ ਪਾਠਸ਼ਾਲਾ ਦੀ ਗੱਲ ਆਪਾਂ ਪਿੱਛੇ ਕਰ ਚੁੱਕੇ ਹਾਂ। ਹੁਣ ਆਪਾਂ ਗੱਲ ਕਰਨੀ ਹੈ ਗੁਰਮੁਖੀ ਲਿਪੀ ਦੀ। ਗੁਰਮੁਖੀ ਲਿਪੀ ਆਪਣੇ ਆਪ ਵਿੱਚ ਇੱਕ ਬਹੁਤ ਵਾਸਟ ਟੌਪਿਕ ਆ, ਔਰ ਬਹੁਤ ਲੈਵਲਸ ਦੇ ਉੱਤੇ ਬੜੀਆਂ ਲੇਅਰਸ ਨੇ ਇਸ ਟੌਪਿਕ ਦੀਆਂ। ਜਦੋਂ ਆਪਾਂ ਇਹਦੇ ਬਾਰੇ ਗੱਲ ਕਰਨੀ ਆ ਅਗਲੇ ਐਪੀਸੋਡਸ ਦੇ ਵਿੱਚ, ਮੈਨੂੰ ਲੱਗਦਾ 2 ਐਪੀਸੋਡ ਆਪਣੇ ਅਗਲੇ ਲੱਗਣਗੇ ਗੁਰਮੁਖੀ ਲਿਪੀ ਦੇ ਉੱਤੇ। ਮੈਂ ਮਾफ़ੀ ਚਾਹੁੰਦੀ ਹਾਂ ਕਿ ਪਿਛਲੀ ਵਾਰੀ ਵੀ ਮੈਂ ਇਹ ਗੱਲ ਕਹੀ ਸੀਗੀ ਕਿ ਆਪਾਂ ਗੁਰਮੁਖੀ ਲਿਪੀ ਦੀ ਗੱਲ ਕਰਾਂਗੇ, ਪਰ ਇਹ ਜਿਹੜਾ ਐਪੀਸੋਡ ਸੀਗਾ ਉਹ ਮੈਨੂੰ ਇੱਕ ਤਾਂ ਰੀਕੈਪ ਦੇਣ ਦੇ ਲਈ, ਔਰ ਦੂਸਰਾ ਇਹ ਜਿਹੜਾ 1-2-3 ਮੈਨੂੰ ਈਮੇਲ 'ਤੇ ਜਿਹੜੇ ਜਵਾਬ ਦੇਣਾ ਬਹੁਤ ਜ਼ਰੂਰੀ ਸੀਗਾ ਕਿ ਨਿਯਮਾਂ ਦੀ ਗੱਲ ਮੈਂ ਬਾਰ-ਬਾਰ ਕਿਉਂ ਕਰਦੀ ਹਾਂ। ਤਾਂ ਇਸ ਕਰਕੇ ਇਸ ਐਪੀਸੋਡ ਦੇ ਵਿੱਚ ਆਪਾਂ ਇਹ ਕੰਮ ਕਰ ਲਿਆ। ਅਗਲੇ 2 ਐਪੀਸੋਡ ਜਿਹੜੇ ਨੇ ਉਹ ਗੁਰਮੁਖੀ ਲਿਪੀ ਦੇ ਉੱਤੇ ਹੋਣਗੇ। ਉਹਦੇ ਵਿੱਚ ਸਾਨੂੰ ਕੁਛ ਗੱਲਾਂ ਸਮਝਣੀਆਂ ਬਹੁਤ ਜ਼ਰੂਰੀ ਨੇ। ਇੱਕ ਤਾਂ ਲਿਪੀ ਹੈ ਕੀ, ਦੂਜਾ ਕਿ ਗੁਰਮੁਖੀ ਲਿਪੀ ਦਾ ਸਿੱਖਾਂ ਦੇ ਨਾਲ ਕੀ ਸੰਬੰਧ ਹੈ, ਤੀਸਰਾ ਪੰਜਾਬੀ ਅਤੇ ਗੁਰਮੁਖੀ ਦੇ ਵਿੱਚ ਫ਼ਰਕ ਕੀ ਹੈ। ਜਦੋਂ ਲੋਕ ਕਹਿੰਦੇ ਨੇ ਅਸੀਂ ਪੰਜਾਬੀ ਨੂੰ ਬਚਾ ਰਹੇ ਹਾਂ, ਤਾਂ ਕਿਆ ਉਹ ਗੁਰਮੁਖੀ ਦੀ ਗੱਲ ਵੀ ਕਰ ਰਹੇ ਆ? ਕਿਉਂਕਿ ਅਗਰ ਗੁਰਮੁਖੀ ਨਾ ਹੋਵੇ ਤਾਂ ਅਸੀਂ ਕਿੱਥੇ ਹੋਵਾਂਗੇ? ਇਹ ਕੁਝ ਸਵਾਲ ਬੜੇ ਇੰਪੋਰਟੈਂਟ ਨੇ। ਔਰ ਉਹਨਾਂ ਸਭ ਤੋਂ ਪਹਿਲਾਂ ਜੋ ਅਗਲੇ ਐਪੀਸੋਡ ਵਿੱਚ ਮੈਂ ਗੱਲ ਕਰੂੰਗੀ ਉਹ ਇਹ ਕਿ ਭਾਸ਼ਾ ਦਾ ਮਤਲਬ ਕੀ ਹੁੰਦਾ, ਭਾਸ਼ਾ ਆਪਣੇ ਨਾਲ ਕੀ ਕੁਛ ਲੈ ਕੇ ਆਉਂਦੀ ਹੈ, ਔਰ ਐਸੀਆਂ ਕਿਆ ਅਸੀਂ ਇਕੱਲੇ ਹਾਂ ਜਿਨ੍ਹਾਂ ਦੀ ਭਾਸ਼ਾ ਨੂੰ ਖਤਰਾ ਹੈ, ਜਾਂ ਬਹੁਤ ਸਾਰੇ ਹੋਰ ਲੋਕ ਵੀ ਨੇ, ਜਾਂ ਐਸੀਆਂ ਕਿਹੜੀਆਂ ਸਾਡੇ ਕੋਲ ਐਗਜ਼ਾਮਪਲਸ ਮੌਜੂਦ ਹੈ ਜਿੱਥੇ ਭਾਸ਼ਾਵਾਂ ਮਰ ਗਈਆਂ, ਔਰ ਉਹਨਾਂ ਮਰੀਆਂ ਭਾਸ਼ਾਵਾਂ ਦੇ ਨਾਲ ਹੋਰ ਕੀ ਮਰਿਆ। ਇਹ ਗੱਲਾਂ ਆਪਾਂ ਅਗਲੇ ਐਪੀਸੋਡ ਦੇ ਵਿੱਚ ਕਰਾਂਗੇ, ਔਰ ਉਸ ਤੋਂ ਅਗਲੇ ਐਪੀਸੋਡ ਦੇ ਵਿੱਚ ਆਪਾਂ ਗੁਰਮੁਖੀ ਲਿਪੀ ਬਾਰੇ ਸਾਰੀ ਗੱਲ ਕਰਾਂਗੇ। ਅੱਜ ਦੀਆਂ ਮੇਰੀਆਂ ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰਨਾ। ਕਿਸੇ ਦੇ ਮਨ ਨੂੰ ਮੇਰੀਆਂ ਕਿਸੇ ਵੀ ਗੱਲ ਦੇ ਨਾਲ ਠੇਸ ਪਹੁੰਚੀ ਹੋਵੇ ਤਾਂ ਮੈਂ ਦੋਨੋਂ ਹੱਥ ਜੋੜ ਕੇ ਆਪ ਸਭ ਤੋਂ ਖਿਮਾ ਦੀ ਜਾਚਕ ਹਾਂ। ਅਗਲੀ ਵਾਰ ਫਿਰ ਮਿਲਦੇ ਹਾਂ। ਅੱਜ ਦੇ ਲਈ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।